ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਆਨੰਦ ਬਿਨੋਦ ਤਿਤੈ ਘਰ ਸੋਹੇ, ਜੋ ਤਨ ਕੰਤ ਸਿਗਾਰੀ ਜੀਓ। ਸਾ ਗੁਣਵੰਤੀ ਸਾਵਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ। ਰੂਪਵੰਤ ਸਾ ਸੁਗੜ ਵਿਚਖਣ, ਜੋ ਧਨ ਕੰਤ ਪਿਆਰੀ ਜੀਓ। ਰੂਪਵੰਤ ਸਾ ਸੁਗੜ ਵਿਚਖਣ, ਜੋ ਧਨ ਕੰਤ ਪਿਆਰੀ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਛਤਰ ਚਬਰ ਤਖਤ ਦੇ ਮਾਲਕ ਦੋ ਜਹਾਨ ਕੇ ਵਾਲੀ ਆਪ ਪਰਮੇਸ਼ਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਬ੍ਰਹਮ ਗਿਆਨੀ ਦੀ ਅਵਸਥਾ ਉਦਾਹਰਨ ਸੰਸਾਰ ਦੀ ਹੈ, ਗੱਲ ਬ੍ਰਹਮ ਗਿਆਨ ਦੀ ਹੈ, ਬ੍ਰਹਮ ਗਿਆਨੀ ਦੀ ਹੈ। ਪਹਿਲਾਂ ਆਪਾਂ ਉਦਾਹਰਨ ਸਰਵਣ ਕਰਦੇ ਹਾਂ ਕਿ ਕੀ ਉਦਾਹਰਨ ਦਿੰਦੇ ਹਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਨਾਮ ਜਪਣ ਵਾਲੀਆਂ ਜੀਵ ਇਸਤਰੀਆਂ, ਨਾਮ ਜਪਣ ਵਾਲੀਆਂ ਰੂਹਾਂ ਦਾ ਜੀਵਨ ਕੈਸਾ ਹੁੰਦਾ। ਉਦਾਹਰਨ ਦੇ ਤੌਰ 'ਤੇ ਜਿਸ ਤਰ੍ਹਾਂ ਕੋਈ ਇਸਤਰੀ ਜੋ ਆਪਣੇ ਪਤੀ ਨੂੰ ਪਿਆਰ ਕਰਦੀ ਹੈ, ਮਾਲਕ ਦੇ ਨਾਲ ਜੁੜੀ ਹੋਈ ਹੈ, ਉਹਦੇ ਹੁਕਮ ਅੰਦਰ ਚੱਲਦੀ ਹੈ, ਉਹਦਾ ਬਚਨ ਮੰਨਦੀ ਆ, ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਪੰਜਵਾ। ਜਿਤ ਘਰ ਪਿਰ ਸੁਹਾਗ ਬਣਾਇਆ, ਜਿਸ ਘਰ ਵਿੱਚ ਇਸਤਰੀ ਦੇ ਸਿਰ 'ਤੇ ਸੁਹਾਗ ਹੈ, ਭਾਵ ਜਿਸ ਘਰ ਵਿੱਚ ਇਸਤਰੀ ਦਾ ਪਤੀ ਉਹਦੇ ਨਾਲ ਹੈ, ਉਸ ਨੂੰ ਸੁਹਾਗਣ ਕਹਿੰਦੇ ਆ। ਅਗਰ ਦੋਨੇ ਇੱਕ ਦੂਜੇ ਨਾਲ ਇੱਕ ਮਿੱਕ ਹਨ, ਦੋਨਾਂ ਦੀ ਇੱਕ ਮੱਤ ਹੈ, ਤਾਂ ਉਸ ਘਰ ਵਿੱਚ ਮਾਨੋ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਆ, ਖੁਸ਼ੀਆਂ ਵਸਦੀਆਂ। ਜਿਸ ਤਰ੍ਹਾਂ ਕਿਸੇ ਬੱਚੀ ਦੀ ਸ਼ਾਦੀ ਕਰਦੇ ਹਾਂ ਤਾਂ ਉਸ ਨੂੰ ਸੁੰਦਰ ਲਾਲ ਰੰਗ ਦੇ ਵਸਤਰ, ਲਾਲ ਵਸਤੂਆਂ ਪਹਿਨਾ ਕਰਕੇ ਸ਼ਿੰਗਾਰ ਕੀਤਾ ਜਾਂਦਾ, ਗਹਿਣਿਆਂ ਦੇ ਨਾਲ, ਵਸਤਰਾਂ ਦੇ ਨਾਲ, ਕਿਉਂਕਿ ਅੱਜ ਉਸ ਨੂੰ ਪਤੀ ਪ੍ਰਾਪਤ ਹੋਣ ਵਾਲਾ। ਸੰਸਾਰੀ ਤੌਰ 'ਤੇ ਵਸਤਰਾਂ ਦਾ, ਵਸਤੂਆਂ ਦਾ ਸ਼ਿੰਗਾਰ ਹੈ, ਅਧਿਆਤਮਿਕ ਤੌਰ 'ਤੇ ਚੰਗੇ ਗੁਣਾਂ ਦਾ ਸ਼ਿੰਗਾਰ ਹੈ। ਜਦੋਂ ਸਾਡੀ ਜੀਵ ਆਤਮਾ, ਸਾਡੀ ਜੀਵ ਇਸਤਰੀ ਸਤ ਸੰਤੋਖ, ਨਿਮਰਤਾ, ਸੱਚ ਬੋਲਣਾ ਆਦਿ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਦੀ ਹੈ ਅਤੇ ਪਰਮੇਸ਼ਰ ਪਤੀ ਨੂੰ ਚੰਗੀ ਲੱਗਦੀ ਹੈ। ਸੰਸਾਰੀ ਤੌਰ 'ਤੇ ਵੀ ਘਰ ਦੇ ਵਿੱਚ ਸਤ ਸੰਤੋਖ,
सच आदि होवे, एक दूजे के प्रति ईमानदारी होवे ते उस घर विच भी सुख वरतदा। जे सारिਆਂ ਦੀਆਂ ਜੇਬਾਂ ਅਲੱਗ-ਅਲੱਗ ਹੋਣ ਤੇ ਉਸ ਘਰ ਵਿੱਚ ਕਦੇ ਵੀ ਸੁੱਖ ਨਹੀਂ ਵਰਤ ਸਕਦਾ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਉੱਤੇ 5 ਕਰਮ ਇੰਦਰੇ, 5 ਗਿਆਨ ਇੰਦਰੇ ਲੱਗੇ ਹਨ, ਜਿਨ੍ਹਾਂ ਵਿੱਚ ਚੇਤਨਾ ਹੈ, ਸੁਰਤ ਹੈ, ਆਤਮਾ ਵਸਦੀ ਹੈ। ਤੇ ਜਿਹੜੀ ਜੀਵ ਆਤਮਾ ਆਪਣੇ ਮਾਲਕ ਨਾਲ ਜੁੜਦੀ ਹੈ, ਉਹਦੀਆਂ ਇੰਦਰੀਆਂ ਇਹ ਇਕੱਠੀਆਂ ਹੋ ਜਾਂਦੀਆਂ। ਕੰਨ ਮਾਲਕ ਦੀ ਗੱਲ ਸੁਣਦੇ ਹੈ, ਅੱਖਾਂ ਮਾਲਕ ਦੇ ਦਰਸ਼ਨ ਕਰਦੀਆਂ, ਜੀਭਾਂ ਮਾਲਕ ਦੇ ਗੀਤ ਗਾਉਂਦੀ ਹੈ, ਮਾਲਕ ਦਾ ਜਸ ਕਰਦੀ ਹੈ, ਹੱਥ ਮਾਲਕ ਦੀ ਸੇਵਾ ਕਰਦੇ ਹੈ, ਪੈਰ ਕਰਕੇ ਉਹ ਸਰੀਰ ਮਾਲਕ ਦੇ ਘਰ ਵੱਲ ਚੱਲ ਕੇ ਜਾਂਦੇ ਆ, ਮਾਲਕ ਵੱਲ ਚੱਲਦੇ ਆ। ਸੁਰਤ ਕਰਕੇ ਉਹ ਜੀਵ ਹਰ ਤਰ੍ਹਾਂ ਦੇ ਨਾਲ ਆਪਣੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਰੂਪੀ ਮਾਲਕ ਨੂੰ ਸਿਮਰਨਾ ਕਰਦਾ ਹੈ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਨੇ ਐਸਾ ਤੀਰ ਮਾਰਿਆ, ਇੱਕ ਪਿੰਗਲਾ ਹੀ ਕਰਤਾ। ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ, ਪਾਵਹੁ ਤੇ ਪਿੰਗਲ ਭਇਆ। ਪੈਰਾਂ ਤੋਂ ਪਿੰਗਲਾ ਹੋ ਗਿਆ, ਭਾਵ ਹੁਣ ਮੇਰੀ ਸੁਰਤ ਪੁੱਠੇ ਪਾਸੇ ਨਹੀਂ ਜਾਂਦੀ, ਮਾੜੇ ਪਾਸੇ ਜਾਣ ਵਾਲੇ ਪੈਰ ਹੀ ਕੱਟ ਦਿੱਤੇ। ਪਾਵਹੁ ਤੇ ਪਿੰਗਲ ਭਇਆ, ਪਰਾ ਕਲੇਜੇ ਛੇਕ, ਹਿਰਦੇ ਵਿੱਚ ਛੇਕ ਹੋ ਗਿਆ। ਭਾਵ ਮਾਲਕ ਨਾਲ ਜੁੜ ਗਈ ਉਹ ਜੀਵ ਇਸਤਰੀ ਤੇ ਮਾਲਕ ਦਾ ਆਨੰਦ ਮਾਣਦੀ ਆ। ਉਦਾਹਰਨ ਦੇ ਤੌਰ 'ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ, ਜਿਤ ਘਰ ਪਿਰ ਸੁਹਾਗ ਬਣਾਇਆ। ਜਿਸ ਘਰ ਦੇ ਵਿੱਚ ਉਸ ਮਾਲਕ ਦਾ ਜਿਹੜਾ ਹੈ ਕਿਰਪਾ ਹੈ, ਉਸ ਮਾਲਕ ਦੀ ਬਖਸ਼ਿਸ਼ ਹੈ। 2 ਘਰ ਹੋ ਗਏ, ਇੱਕ ਇੱਟਾਂ ਦਾ ਜਿਹਦੇ ਵਿੱਚ ਪਤੀ ਪਤਨੀ ਰਹਿੰਦੇ ਹੈ, ਇੱਕ ਸਰੀਰ ਰੂਪੀ ਘਰ ਜਿਹਦੇ ਵਿੱਚ ਆਤਮਾ ਤੇ ਪਰਮਾਤਮਾ ਦਾ ਵਸ ਹੈ। ਪਰ ਭਗਤ ਜੀ ਕਹਿੰਦੇ ਹਨ ਜਾਂ ਸਤਿਗੁਰੂ ਕਹਿੰਦੇ ਹਨ, ਏਕ ਸੇਜ ਪੈ ਮਿਲਨ ਦੁਹੇਰਾ। ਰਹਿੰਦੇ ਇੱਕੋ ਘਰ 'ਚ ਪਰ ਮਿਲਾਪ ਨਹੀਂ ਹੋ ਰਿਹਾ, ਕਿਉਂਕਿ ਜਿਹੜੀ ਸਾਡੀ ਸੁਰਤ ਹੈ ਇਸ ਨੇ ਹੰਕਾਰ ਦਾ, ਵਿਸ਼ੇ ਵਿਕਾਰਾਂ ਦਾ ਨਸ਼ਾ ਪੀਤਾ ਹੋਇਆ, ਮਾਲਕ ਵੱਲ ਜੁੜਦੀ ਨਹੀਂ। ਅਤੇ ਜਿਹੜੀ ਜੁੜਦੀ ਹੈ ਉਸ ਘਰ ਵਿੱਚ, ਜਿਵੇਂ ਵਿਆਹ ਵਾਲੇ ਘਰ ਵਿੱਚ ਗੀਤ ਗਾਏ ਜਾਂਦੇ ਆ, ਤਿਤ ਕਰ ਸਖੀਏ ਮੰਗਲ ਗਾਇਆ। ਉਸ ਘਰ ਵਿੱਚ ਆਤਮਾ ਦੀਆਂ ਸਖੀਆਂ, ਆਤਮਾ ਦੀਆਂ ਸਖੀਆਂ ਹੈ ਕੰਨ, ਅੱਖਾਂ, ਨਾਸਕਾ, ਜੇਬਾ, ਹੱਥ, ਪੈਰ, ਇਹ ਸਾਰੇ ਕਰਮ ਇੰਦਰੇ, ਗਿਆਨ ਇੰਦਰੇ, ਇਹ ਆਤਮਾ ਦੀਆਂ ਸਹੇਲੀਆਂ। ਜੇ ਤਾਂ ਇਹ ਬਣ ਜਾਣ ਸਖੀਆਂ, ਇਹ ਬਣਦੀਆਂ ਨਾਮ ਜਪਣ ਵਾਲੇ ਦੀਆਂ ਸਖੀਆਂ, ਤਾਂ ਜੀਵ ਆਤਮਾ ਨੂੰ ਸੁੱਖ ਮਿਲਦਾ। ਅਤੇ ਜੇ ਇਹ ਬਣ ਜਾਣ ਦੁਸ਼ਮਣ, ਫਿਰ ਸਰੀਰ ਨੂੰ ਵੀ ਜੇਲ੍ਹ ਵਿੱਚ ਸਿੱਟਦਾ, ਦੁਖਦਾਈ ਸਜ਼ਾਵਾਂ ਭੋਗਣੀਆਂ ਪੈਂਦੀਆਂ ਅਤੇ ਆਤਮਾ ਨੂੰ ਵੀ ਟੇਢੀਆਂ ਜੂਨਾਂ ਜਾਣਾ ਪੈਂਦਾ। ਇਹ ਸਖੀਆਂ ਤਾਂ ਬਣਨਗੀਆਂ ਜੇ ਇਹਨਾਂ ਨੂੰ ਗੁਰਮਤਿ ਅਨੁਸਾਰ ਵਰਤਿਆ ਜਾਵੇ। ਜੇ ਇਹਨਾਂ ਨੂੰ ਮਤ ਅਨੁਸਾਰ ਇਹਨਾਂ ਤੋਂ ਕੰਮ ਲਿਆ ਜਾਵੇ, ਫਿਰ ਇਹੀ ਸਾਡੀਆਂ ਦੁਸ਼ਮਣ ਹੈ। ਇੱਕ ਕਹਾਵਤ ਹੈ, ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡ 'ਚੋਂ ਕੱਢਾਂ। ਕਹੋ ਸਤਿਨਾਮ ਸ੍ਰੀ। ਭਾਵ ਜੀਵ ਦੇ ਨਾਲ ਜੇ ਮਾੜਾ ਬੋਲਾਂਗੇ ਤਾਂ ਫਿਰ ਮਾਨੋ ਉਹ ਆਪਣੇ ਮਾਲਕ ਪਤੀ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਚੱਲ ਰਿਹਾ ਜੀਵ। ਜਿਸ ਤਰ੍ਹਾਂ ਕਿਸੇ ਮਨੁੱਖ ਨੇ ਜਾਂਦੇ ਜਾਂਦੇ, ਯਾਤਰਾ ਕਰਦੇ ਕਰਦੇ ਇੱਕ ਮਾਈ ਦੇ ਘਰੇ ਰੁਕਣਾ ਕੀਤਾ। ਭੁੱਖ ਬੜੀ ਲੱਗੀ ਸੀ, ਕੋਲੇ ਥੋੜ੍ਹੇ ਸੁੱਕੇ ਚੌਲ ਸਨ, ਅਤੇ ਮਾਈ ਨੂੰ ਕਹਿਣ ਲੱਗੇ ਆ, ਬੇਬੇ ਆ ਥੋੜ੍ਹੇ ਜਿਹੇ ਚੌਲ ਹੀ ਬਣਾ ਦੇ, ਭੁੱਖ ਲੱਗੀ ਹੈ। ਬੇਬੇ ਕਹਿੰਦੀ ਲਿਆ ਭਾਈ ਬਣਾ ਦਿੰਦੀ ਹਾਂ। ਉਹ ਮਾਈ ਨੇ ਚੌਲ ਜਿਹੜੇ ਸਨ ਉਹ ਚੁੱਲ੍ਹੇ 'ਤੇ ਰੱਖ ਦਿੱਤੇ, ਉਬਲਣੇ। ਉਹ ਬਣਨੇ ਸ਼ੁਰੂ ਹੋਏ। ਹੁਣ ਜੇ ਤਾਂ ਹੁੰਦਾ ਇਹ ਗੁਰਮੁਖ, ਫਿਰ ਤਾਂ ਨਾਮ ਜਪ ਲੈਂਦਾ, ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਲੈਂਦਾ।
ਜਾਂ ਕੋਈ ਰੱਬ ਦੀ ਗੱਲ ਕਰ ਲੈਂਦਾ। ਪਰ ਇਹਨੇ ਘਰ ਵਿੱਚ ਨਿਗਾਹ ਦੌੜਾਈ, ਆਸੇ ਪਾਸੇ ਦੇਖਿਆ, ਜਿਹੜੇ ਗੇਟ 'ਚੋਂ ਵੜਿਆ ਸੀ ਉਹ ਗੇਟ ਮਗਰਲਾ ਸੀ, ਉਹ ਭੀੜਾ ਗੇਟ ਸੀਗਾ। ਅਤੇ ਨਿਗਾਹ ਗਈ ਪਸ਼ੂਆਂ 'ਤੇ, ਮੱਝਾਂ ਬੜੀਆਂ ਤਕੜੀਆਂ ਮਾਤਾ ਦੀਆਂ, ਰੱਜੀਆਂ ਪੁੱਜੀਆਂ, ਤੰਦਰੁਸਤ। ਇਹਨੇ ਮੱਝ ਦਾ ਸਰੀਰ ਗੇਟ ਨਾਲ ਮਿਲਾ ਕੇ ਦੇਖਿਆ ਵੀ ਮੱਝ ਮੋਟੀ ਹੈ, ਬਾਰੀ ਛੋਟੀ ਹੈ, ਗੇਟ ਛੋਟਾ ਹੈ। ਸੀ ਉਹ ਅਸਲ ਵਿੱਚ ਮਗਰਲਾ ਗੇਟ। ਕਹੋ ਸਤਨਾਮ ਸ੍ਰੀ। ਬੈਠਾ ਬੈਠਾ ਕਹਿੰਦਾ ਮਾਤਾ ਮੱਝਾਂ ਤਾਂ ਬਹੁਤ ਸੋਹਣੀਆਂ। ਆਹੋ ਪੁੱਤ, ਰੱਬ ਦੀ ਦਾਤ ਹੈ। ਪਰ ਬੇਬੇ ਜੇ ਭਲਾ ਕੋਈ ਮੱਝ ਮਰ ਗਈ ਤੁਸੀਂ ਟਪਾਓਗੇ ਕਿੱਧਰ ਦੀ? ਗੇਟ ਤਾਂ ਬਹੁਤ ਛੋਟਾ ਹੈ। ਬੇਬੇ ਨੇ ਕੁਛ ਨਹੀਂ ਕਿਹਾ, ਗੁੱਸਾ ਤਾਂ ਬਹੁਤ ਆਇਆ, ਪਰ ਉਹ ਕਹਿੰਦੀ ਐਂ ਕਰ ਭਾਈ, ਝੋਲੀ ਕਰ। ਕਿ ਉਹ ਕੱਚੇ ਅੱਧੇ ਉਬਲੇ ਚੌਲ ਚੱਕ ਕੇ ਉਹਦੀ ਝੋਲੀ 'ਚ ਪਾ ਦਿੱਤੇ। ਕਹੋ ਸਤਨਾਮ ਸਿੰਘ। ਕਹਿੰਦੀ ਜਾ। ਉਸੇ ਤਰ੍ਹਾਂ ਹੀ ਝੋਲੀ ਹੱਥ 'ਚ ਫੜੀ ਤੁਰਿਆ ਜਾ ਰਿਹਾ ਅਤੇ ਪਾਣੀ ਵਿੱਚੋਂ ਡੁੱਲਦਾ ਜਾ ਰਿਹਾ, ਚਿਉਂਦਾ ਜਾ ਰਿਹਾ ਝੋਲੀ ਦੇ ਕੱਪੜੇ 'ਚੋਂ, ਕੁੜਤੇ ਦੇ ਕੱਪੜੇ 'ਚੋਂ। ਅਤੇ ਦੂਜੇ ਬੰਦੇ ਨੂੰ ਪੰਜਾਬ 'ਚ ਜਾਂ ਭਾਰਤ 'ਚ ਵੇਖ ਕੇ ਕਹਿਣ ਦੀ ਆਦਤ ਹੈ, ਤੁਹਾਡਾ ਸਟੈਂਡ ਨਹੀਂ ਲੱਗਿਆ ਭਾਈ, ਸਟੈਂਡ ਚੱਕ। ਉਹ ਤੁਰਿਆ ਜਾਂਦਾ, ਕੋਈ ਵੇਖਦਾ ਅਤੇ ਵੇਖ ਕੇ ਨਾ, ਉਹ ਭਾਈ ਤੇਰਾ ਕੁਛ ਚਿਉਂਦਾ ਜਾਂਦਾ, ਕੀ ਡੁੱਲਦਾ ਜਾਂਦਾ, ਨਿਗਾਹ ਕਰ। ਕਹਿੰਦਾ ਕੁਛ ਨਹੀਂ, ਮੇਰੀ ਜ਼ੁਬਾਨ ਦਾ ਰਸ ਹੀ ਹੈ। ਚੁੱਪ ਕਰਕੇ ਬੈਠਾ ਰਹਿੰਦਾ, ਨਾਮ ਜਪ ਲੈਂਦਾ, ਅਤੇ ਮਾਈ ਨੇ ਥਾਲੀ ਵਿੱਚ ਪਾ ਕੇ ਪਰੋਸ ਕੇ ਛਕਾ ਕੇ ਪਾਣੀ ਪਿਆ ਕੇ ਭੇਜਣਾ ਸੀਗਾ, ਪਰ ਜ਼ੁਬਾਨ ਦੇ ਰਸ ਕਰਕੇ ਇਹਨੇ ਘਰੋਂ ਕਢਾਤਾ। ਕੋਈ ਸਤਨਾਮ ਸ੍ਰੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਜਿਸ ਤਰ੍ਹਾਂ ਵਿਆਹ ਵਾਲੇ ਘਰ ਵਿੱਚ ਗੀਤ ਗਾਏ ਜਾਂਦੇ ਆ, ਉਹ ਬੱਚੀ ਦੀਆਂ ਸਹੇਲੀਆਂ ਗੀਤ ਗਾਉਂਦੀਆਂ, ਕਿਉਂਕਿ ਉਸ ਬੱਚੀ ਨੂੰ ਪਤੀ ਮਿਲ ਰਿਹਾ ਅੱਜ। ਤਿਤ ਘਰ ਸਖੀਏ ਮੰਗਲ ਗਾਇਆ, ਅੰਡ ਬਨੋਦ ਤਿਤੈ ਘਰ ਸੋਹੇ। ਉਸ ਘਰ ਦੇ ਵਿੱਚ ਖੁਸ਼ੀ ਦੇ ਗੀਤ, ਆਨੰਦ, ਵਿਨੋਦ ਹੁੰਦਾ, ਜਿਵੇਂ ਬੱਚੀਆਂ ਹੱਸਦੀਆਂ ਖੇਡਦੀਆਂ, ਹਾਸਾ ਠੱਠਾ ਇੱਕ ਦੂਜੀ ਨਾਲ ਕਰਦੀਆਂ, ਇਹਨੂੰ ਕਹਿੰਦੇ ਆ ਵਿਨੋਦ। ਕਹਿੰਦੇ ਉਸ ਘਰ ਵਿੱਚ ਆਨੰਦ, ਵਿਨੋਦ, ਹਾਸਾ ਠੱਠਾ, ਖੁਸ਼ੀਆਂ ਆਦਿ ਸੋਹਣੀਆਂ ਲੱਗਦੀਆਂ। ਜੋ ਧਨ ਕੰਤ ਸਿੰਗਾਰੀ ਜੀਓ। ਜਿਸ ਘਰ ਦੇ ਵਿੱਚ ਜੀਵ ਇਸਤਰੀ ਜਾਂ ਇਸਤਰੀ ਨੂੰ ਕੰਤ ਦੇ ਮਿਲਾਪ ਕਰਕੇ ਸ਼ਿੰਗਾਰ ਕੀਤਾ ਗਿਆ, ਲਾਲ ਬਸਤਰ, ਲਾਲ ਚੂੜੀਆਂ, ਲਾਲ ਵਸਤੂਆਂ, ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ ਆਦਿ ਆਦਿ, ਇਹ ਸ਼ਿੰਗਾਰ ਕੀਤਾ ਗਿਆ। ਪ੍ਰੀਤਮ ਜੀ ਕਹਿੰਦੇ ਬਸ ਉਹ ਹੀ ਸਾ ਗੁਣਵੰਤੀ ਸਾ ਵਡ ਭਾਗਣ। ਉਸ ਨੂੰ ਅੱਜ ਸਾਰੇ ਵਧਾਈਆਂ ਦਿੰਦੇ ਆ, ਤੂੰ ਵੱਡੇ ਭਾਗਾਂ ਵਾਲੀ ਹੈ, ਤੂੰ ਗੁਣਵੰਤੀ ਹੈ, ਪੁੱਤਰਵੰਤੀ। ਜਿਸ ਨੂੰ ਮਾਲਕ ਪਿਆਰ ਕਰਦਾ ਹੈ ਉਹ ਪੁੱਤਰਵੰਤੀ ਵੀ ਹੈ। ਅੱਗੇ ਚੱਲ ਕੇ ਉਹਦੇ ਘਰ ਪੁੱਤਰ ਬੱਚੇ ਪੈਦਾ ਹੋਣੇ ਆ। ਸੀਲਵੰਤੀ, ਜੇ ਉਹ ਮਾਲਕ ਦੇ ਨਾਲ ਨਿਮਰਤਾ ਨਾਲ ਪੇਸ਼ ਆਉਂਦੀ ਹੈ, ਸੀਲਵੰਤੀ ਪਿਆਰ ਕਰਨ ਵਾਲੇ। ਜੇ ਉਹ ਸੀਲਵੰਤੀ ਹੈ, ਨਿਮਰਤਾ ਸਹਿਤ ਜੀਵਨ ਬਤੀਤ ਕਰਨ ਵਾਲੇ। ਤਾਂ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸੁਹਾਗਣ ਉਹ ਜੀਵ ਇਸਤਰੀ, ਉਹ ਜੀਵ ਬੱਚੀ ਜਿਹੜੀ ਹੈ ਸੁਹਾਗਣ ਹੈ, ਕਿਉਂਕਿ ਉਹਦਾ ਪਤੀ ਨਾਲ ਹੈ। ਰੂਪਵੰਤ ਉਹ ਸੁੰਦਰ ਹੈ, ਸੋਹਣੀ ਹੈ, ਕਿਉਂਕਿ ਪਤੀ ਦਾ ਪਿਆਰ ਮਿਲਦਾ ਹੈ, ਪਤੀ ਦੇ ਹੁਕਮ ਅੰਦਰ ਚੱਲਦੀ ਹੈ। ਸਾ ਸੁਗੜ ਆਂਢਣਾ ਗੁਆਂਢਣਾ ਵੀ ਉਹਨੂੰ ਸਿਆਣੀ ਕਹਿੰਦੀਆਂ, ਕਿਉਂਕਿ ਘਰ ਵਿੱਚ ਕਦੇ ਲੜਾਈ ਨਹੀਂ ਹੁੰਦੀ ਉਹਨਾਂ ਦੀ। ਕਹੋ ਸਤਨਾਮ। ਸੁਗੜ ਸਿਆਣੀ। ਵਿਚੱਖਣ ਹੈ, ਹਰ ਕੰਮ ਨੂੰ ਜਾਣਨ ਵਾਲੀ ਆ। ਜਾਂ ਘਰ ਵਿੱਚ ਕੋਈ ਬੱਚੀ ਆਪਾਂ ਵਿਆਹੁਣੇ ਆ, ਜਿਸ ਨੂੰ ਮਾਂ ਨੇ 20 ਸਾਲਾਂ ਤੱਕ 22 ਸਾਲਾਂ ਤੱਕ ਘਰ ਦੇ ਸਾਰੇ ਕੰਮ ਸਿਖਾਏ ਹੈ, ਅਤੇ ਸਹੁਰੇ ਘਰ ਵੀ ਜਾ ਕੇ ਆਪਣੇ ਗੁਣਾਂ ਨੂੰ ਜਦੋਂ ਪ੍ਰਗਟਾਵਾ ਕਰਦੀ ਹੈ, ਸਬਜ਼ੀਆਂ ਬਣਾਉਂਦੀ ਹੈ, ਭੋਜਨ ਬਣਾਉਂਦੀ ਹੈ, ਸਾਰੇ ਪਰਿਵਾਰ ਦੇ ਵਿੱਚ ਹਰਮਨ ਪਿਆਰੀ ਹੋ ਜਾਂਦੀ ਹੈ ਵੀ ਬਹੁਤ ਸਿਆਣੀ ਹੈ। ਇਹ ਤਾਂ ਭਾਈ ਬੜੀ ਹੀ ਜਿਹੜੀ ਹੈ ਸੁਗੜ ਹੈ, ਸਿਆਣੀ ਹੈ, ਸਾਰਾ ਕੁਝ ਜਾਣਦੀ ਹੈ। ਵਿਚੱਖਣ ਸਾਰੇ ਕੰਮ ਜਾਣਦੀ ਹੈ, ਚਲਾਕ ਭਾਵ ਸਿਆਣੀ। ਜੋ ਧਨ ਕੰਤ ਪਿਆਰੀ ਜੀਓ। ਇਹ ਜਿਹੜੇ
शब्द किहदे वास्ते वरते जाणगे? जिहड़ी अपने मालक दे नाल प्यार करूगी, जिहड़ी इस्त्री अपने मालक दे हुक्म अंदर चलूगी। आचारवंत साई प्रधाने, आचारवंत जिसदा चाल चलन चंगा होवेगा। सुगड़ ते कुडर, कुडर शब्द उन्हां वास्ते वरतिया जांदा जिन्हां नूं कुछ आउंदा नहीं। आचारवंत जिहदा चाल चलन सही है, पति दे हुक्म अंदर चलदी है। साई प्रधाने, घर दे विच उस बीबी नूं सारियां सलाह करके काम करदियां। कहो सतनाम श्री। ਉਹਨੂੰ घर ਦਾ प्रधान बनानी, लै भी कुंजी गोछा तू सांभ, तू सियाणी है, तू घर ਨੂੰ ਚਲਾ ਸਕਦੀ ਹੈ, ਤਾਂ ਉਸ ਨੂੰ घर ਵਿੱਚ ਸਿਆਣੀ ਮੰਨਿਆ ਜਾਂਦਾ ਹੈ। ਸਭ ਸ਼ਿੰਗਾਰ ਬਣੇ ਤੇ ਸਗਿਆਨੇ। ਤੇ ਉੱਥੇ ਇੰਨਾ ਕੁਝ ਉਸ ਨੂੰ ਪਿਆਰ ਕਿਉਂ ਮਿਲ ਰਿਹਾ? ਕਿਉਂਕਿ ਇਹਦੇ ਅੰਦਰ ਗਿਆਨ ਹੈ। ਕੇਵਲ ਬਾਹਰੀ ਸ਼ਿੰਗਾਰ ਨਾਲ ਨਹੀਂ ਗੱਲ ਬਣਨੀ। ਸ਼ਿੰਗਾਰ ਭਾਵੇਂ ਕੀਤਾ ਹੋਇਆ, ਸਾਰੇ ਲਾਲ ਰੰਗ ਦੇ ਵਸਤਰ, ਵਸਤੂਆਂ, ਗਹਿਣੇ ਆਦਿ ਪਾਏ ਹੋਏ, ਪਰ ਜੇ ਦਾਲ ਮੱਚ ਗਈ ਤੇ ਫਿਰ ਉਹਨੂੰ ਕਿਹਨੇ ਕਹਿਣਾ ਵੀ ਤੂੰ ਬਹੁਤ ਸੋਹਣੀ ਹੈ? ਫਿਰ ਉਹਨੂੰ ਕੁੱਡਰ ਕਹਿਣਾ ਕਿਸੇ ਨੇ। ਕਹੋ ਸਤਨਾਮ। ਪਰਿਵਾਰ ਦੇ ਵਿੱਚ ਇਸ ਕਰਕੇ ਸ਼ਿੰਗਾਰ ਜਿਹੜਾ ਹੈ ਉਹ ਅਲੱਗ ਚੀਜ਼ ਹੈ। ਇਹ ਸੰਸਾਰੀ ਉਦਾਹਰਨ ਮੈਂ ਆਪ ਜੀ ਨੂੰ ਦੇ ਰਿਹਾ, ਪਰ ਅੰਦਰ ਵਿੱਚ ਜਿਹੜਾ ਸ਼ਿੰਗਾਰ ਹੈ ਉਹ ਚੰਗੇ ਗੁਣਾਂ ਦਾ ਸ਼ਿੰਗਾਰ ਹੈ। घर दे विच भी जिहड़ा बंदा जां बीबी, बच्चा जां बच्ची सारे काम जानदा है, सियाणा है, उस नूं सारे चंगा कहने आ। ते जे वो भावें बहुत सोहना हो रहे, भावें काम कोई कर नहीं जानदा, ते उहनूं कोई भी चंगा नहीं कहंदे। सा कुलवंती, उसने कुल भी अगे चला दिती। सा सवराई, सस्सा अलग करके भराई, ਉਹ 7 ਗੁਣ ਭਰਾਵਾਂ ਵਾਲੀ ਹੈ। ਜਿਵੇਂ ਕਿਸੇ ਬੱਚੀ ਦੇ ਭਰਾ ਹੁੰਦੇ ਆ, ਉਹਨੂੰ ਮਾਣ ਹੁੰਦਾ ਆਪਣੇ ਭਰਾਵਾਂ 'ਤੇ। ਇਸੇ ਤਰ੍ਹਾਂ ਉਹ ਇਸਤਰੀ ਭਰਾਵਾਂ ਵਾਲੀ ਹੈ, ਚੰਗੇ ਗੁਣਾਂ ਰੂਪੀ ਭਰਾਵਾਂ ਵਾਲੀ ਹੈ, ਸੰਸਾਰੀ ਤੌਰ 'ਤੇ ਭਰਾਵਾਂ ਵਾਲੀ ਹੈ। ਜੋ ਪਿਰਕੈ ਰੰਗ ਸਵਾਰੀ ਜੀਓ, ਜੋ ਮਾਲਕ ਦੇ ਰੰਗ ਵਿੱਚ ਰੰਗੀ ਹੋਈ ਹੈ। ਇਹ ਹਜੇ ਉਦਾਹਰਨ ਚੱਲ ਰਹੀ ਆ, फिर ब्रह्म ज्ञानी वाला अर्थ भी करांगे। ये संसारी अर्थ चल रहा। सास भराई जो पिरकै रंग सवारी जीओ, जिहड़ी अपने मालक दे रंग विच रंगी हुई आ। महिमा तिसकी कहण न जाए, वो संसार विच किन्नी क परिवार विच किन्नी क प्यारी है, कोई अंत नहीं है। जो पिर मेल लई रंग लाए, जिसनूं मालक ने अपने नाल मिला लिया, जिस दे नाल उहदा पति खड़ा है। थिर सुहाग वर अगम अगोचर, वो सुहागण है, उहदा सुहाग उहदे नाल है। फिर आखिरी पंक्ति विच गल परमेश्वर ते चलेगी, क्योंकि जिहड़ा सदा थिर रहण वाला सुहाग है वो तो परमेश्वर है। चलो मनुख तो एक दूजे तो पहला मरदे जमदे रहिंदे ही आ, पर संसार विच भी ये गल मन्नी गई है, ਜਿਹੜੀ ਇਸਤਰੀ ਪਤੀ ਤੋਂ ਪਹਿਲਾਂ ਮਰ ਜਾਵੇ ਉਹਨੂੰ ਕਹਿੰਦੇ ਆ ਸੁਹਾਗਣ ਮਰ ਗਈ, ਪਰ ਜਿਹਦਾ ਪਤੀ ਪਹਿਲਾਂ ਮਰ ਜਾਵੇ ਤੇ ਉਹਨੂੰ ਕਹਿੰਦੇ ਆ ਦੁਹਾਗਣ ਹੋ ਗਈ। ਕਹੋ ਸਤਨਾਮ ਸ੍ਰੀ। ਭਾਵੇਂ ਕਿ ਸਮਾਂ ਪਤਾ ਨਹੀਂ ਕਿਹਦਾ ਪਹਿਲਾਂ ਜਾਂ ਮਗਰੋਂ ਆਵੇ, ਪਰ ਸੰਸਾਰ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਪਿਰਤਾਂ ਮੈਂ ਉਹਨਾਂ ਦੀ ਗੱਲ ਕਰਦਾ। ਫਿਰ ਸੁਹਾਗ ਵਰ ਅਗੰਮ ਅਗੋਚਰ, ਉਸ ਜੀਵ ਇਸਤਰੀ ਦਾ ਸੁਹਾਗ ਸਦਾ ਥਿਰ ਰਹਿਣ ਵਾਲਾ ਉਹਨੂੰ ਮਿਲ ਗਿਆ ਹੈ, जो परे तो परे इन्हां इंद्रियां दी पहुँच तो परे। जन नानक प्रेम सदहारी जीओ, पंजवें नानक जी कहते जिन्हां ने प्रेम दे नाल अपने आप नूं जोड़ना कीता, जिन्हां ने प्रेम नूं अपना आसरा बनाया। हुण चलीए दूसरा अर्थ है जिहड़ा ब्रह्म ज्ञानियां वाला। ब्रह्म ज्ञानी जीव इस्त्री दी गल सतगुरु पातशाह जी करदे हन। माज महला पंजवा, जित कर फिर सोहाग बनाया, तित कर सखिए मंगल गाया। जिस हिरदै रूपी घर विच
ਆਤਮਾ ਰੂਪ ਇਸਤਰੀ ਨੇ ਪਰਮਾਤਮਾ ਨੂੰ ਆਪਣਾ ਪਤੀ ਬਣਾ ਲਿਆ, ਜੋ ਹਮੇਸ਼ਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਪਦੇ ਆ, ਕਿਉਂਕਿ ਪਰਮੇਸ਼ਰ ਦੇ ਬੇਅੰਤ ਨਾਮ ਹੈ, ਜਿਹਨੂੰ ਜਿਹੜਾ ਚੰਗਾ ਲੱਗਦਾ ਉਹ ਜਪੀ ਜਾਂਦਾ। ਕਹੋ ਸਤਨਾਮ। ਪਰ ਹੈ ਸਾਰੇ ਪਰਮੇਸ਼ਰ ਦੇ ਨਾਮ ਹੀ। ਜਿਹੜੀਆਂ ਜੀਵ ਇਸਤਰੀਆਂ ਹਮੇਸ਼ਾ ਆਪਣੇ ਮਾਲਕ ਦਾ ਨਾਮ ਜਪਦੀਆਂ, ਸੰਸਾਰੀ ਤੌਰ 'ਤੇ ਇਸਤਰੀਆਂ, ਅਧਿਆਤਮਿਕ ਤੌਰ 'ਤੇ ਮਨੁੱਖ ਵੀ ਅਤੇ ਇਸਤਰੀਆਂ ਵੀ, ਕਿਉਂਕਿ ਇੱਥੇ ਜੀਵ ਆਤਮਾ ਦੀ ਗੱਲ ਆ। ਜਿਤ ਕਰ ਪਿਰ ਸੁਹਾਗ ਬਣਾਇਆ, ਜਿਸ ਹਿਰਦੇ ਰੂਪੀ ਘਰ ਵਿੱਚ ਪਤੀ ਪਰਮੇਸ਼ਰ ਪਰਮਾਤਮਾ ਜੀਵ ਆਤਮਾ ਦਾ ਸੁਹਾਗ ਆ ਕੇ ਬਹਿ ਗਿਆ, ਉਸ ਘਰ ਵਿੱਚ ਤਿਤ ਕਰ ਸਖੀਏ ਮੰਗਲ ਗਾਇਆ। ਉਸ ਸਰੀਰ ਰੂਪੀ ਘਰ ਵਿੱਚ ਕੰਨ ਮਾਲਕ ਦੀ ਗੱਲ ਸੁਣਦੇ ਆ, ਅੱਖਾਂ ਮਾਲਕ ਦੇ ਦਰਸ਼ਨ ਕਰਦੀਆਂ, ਜੀਭਾਂ ਮਾਲਕ ਦੇ ਗੁਣ ਗਾਉਂਦੇ ਆ। ਜਿਵੇਂ ਵਿਆਹ ਵਾਲੇ ਘਰ ਵਿੱਚ ਗੀਤ ਗਾਏ ਜਾਂਦੇ ਆ, ਸਦਾ ਦੀਵਾਲੀ ਸਾਧ ਕੀ ਆਠੋਂ ਪਹਿਰ ਆਨੰਦ। ਉਸ ਘਰ ਵਿੱਚ ਸਦਾ ਹੀ ਦੀਵਾਲੀ ਹੈ, ਸਦਾ ਹੀ ਆਨੰਦ ਹੈ, ਸਦਾ ਹੀ ਖੁਸ਼ੀਆਂ। ਜਿੱਥੇ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ ਹੈ, ਉਹ ਜਗਿਆਸੂ ਰੂਪ ਇਸਤਰੀ ਸਤਸੰਗਤ ਰੂਪੀ ਘਰ ਵਿੱਚ ਪੈਰਾਂ ਦੇ ਨਾਲ ਚੱਲ ਕੇ ਜਾਂਦੀ ਹੈ। ਗੁਰੂ ਦੁਆਰਾ ਕਿਰਪਾ ਸਦਕਾ ਸਤਸੰਗ ਵਿੱਚ ਜਾ ਕੇ ਬੈਠਦੀ ਆ, ਅਤੇ ਉੱਥੇ ਬੈਠ ਕੇ ਗੁਰਮੁਖ ਰੂਪੀ ਸਖੀਆਂ ਨਾਲ। ਇੱਥੇ ਹੁਣ ਸਹੇਲੀਆਂ ਕੌਣ ਹੈ? ਨਾਮ ਜਪਣ ਵਾਲੇ ਰੂਹਾਂ, ਇੱਕ ਦੂਜੇ ਦੀਆਂ ਆਪਾਂ ਮਿੱਤਰ ਹਾਂ, ਭਰਾ ਹਾਂ, ਭੈਣਾਂ ਹਾਂ। ਸਖੀਆਂ ਸ਼ਬਦ ਇਸ ਕਰਕੇ ਵਰਤਿਆ ਕਿ ਅਸਲ ਵਿੱਚ ਆਪਾਂ ਸਾਰੇ ਹੀ ਆਤਮਾ ਰੂਪ ਇਸਤਰੀ ਹਾਂ। ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਉਹ ਸਤਸੰਗ ਰੂਪੀ ਘਰ ਵਿੱਚ ਬੈਠ ਕਰਕੇ ਗੁਰਮੁਖ ਰੂਪੀ ਸਖੀਆਂ ਨਾਲ ਮਿਲ ਕੇ ਆਨੰਦ ਸਰੂਪ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੀਆਂ, ਜਸ ਨੂੰ ਗਾਉਂਦੀਆਂ, ਅਥਵਾ ਜਿਸ ਅਭਾਸ ਬਿਰਤੀ ਰੂਪੀ ਸਖੀ ਦੇ ਅੰਤਸ਼ਕਰਨ ਰੂਪੀ ਘਰ ਵਿੱਚ ਸਾਖੀ ਚੇਤਨ ਪਤੀ ਨੇ ਬੈਠਣਾ ਕੀਤਾ। ਫਿਰ ਉਹ ਕੀ ਕਰਦੀ ਹੈ? ਇਕਾਗਰਤਾ ਕਰਕੇ ਆਪਣੀਆਂ ਇੰਦਰੀਆਂ ਨੂੰ ਅੰਦਰ ਖਿੱਚ ਕੇ ਕੱਛੂ ਵਾਲੀ ਸਮਾਧੀ ਲਾ ਕੇ। ਕੱਛੂ ਵਾਲੀ ਸਮਾਧੀ ਕੀ ਹੈ ਭਲਾ? ਜਦ ਕੱਛੂ ਚੱਲਦਾ ਹੈ, ਉਹਦਾ ਮੂੰਹ ਵੀ ਬਾਹਰ ਹੁੰਦਾ ਅਤੇ ਚਾਰੇ ਪੈਰ ਵੀ ਬਾਹਰ ਹੁੰਦੇ ਆ। ਮੂਹਰੇ 2 ਹੱਥ ਹੁੰਦੇ ਆ, ਪਿੱਛੇ 2 ਪੈਰ ਹੁੰਦੇ ਆ। ਇਹਨਾਂ ਪੰਜਾਂ ਨੂੰ ਖੋਪੜੀ ਤੋਂ ਬਾਹਰ ਕੱਢ ਕੇ ਚੱਲਦਾ ਹੈ, ਅਤੇ ਜਦੋਂ ਉਹਨੂੰ ਕੋਈ ਖਤਰਾ ਆਭਾਸ ਹੁੰਦਾ ਹੈ, ਖਤਰਾ ਲੱਗਦਾ ਹੈ, ਫਿਰ ਉਹ ਪੰਜਾਂ ਨੂੰ ਆਪਣੇ ਅੰਦਰ ਖਿੱਚ ਲੈਂਦਾ ਅਤੇ ਖੋਪੜੀ ਵਿੱਚ ਬੰਦ ਕਰ ਲੈਂਦਾ। ਇਸੇ ਤਰ੍ਹਾਂ ਜਦੋਂ ਸੰਸਾਰ ਵਿੱਚ ਚੱਲਾਂਗੇ, ਸਾਡੇ ਕੰਨ ਵੀ ਬਾਹਰ ਜੁੜੇ ਹੋਣਗੇ, ਅੱਖਾਂ ਵੀ ਬਾਹਰ ਦੇਖਣਗੀਆਂ, ਰਸਨਾ ਵੀ ਬਾਹਰ ਜੁੜੂਗੀ। ਪਰ ਜਦੋਂ ਸਮਾਧੀ ਵਿੱਚ ਬੈਠਣਾ, ਇਹਨਾਂ ਪੰਜਾਂ ਨੂੰ ਅੰਦਰ ਖਿੱਚ ਲੈਣਾ। ਕਹੋ ਸਤਨਾਮ। ਮੌਤ ਦਾ ਡਰ ਮਹਿਸੂਸ ਕਰਕੇ ਮਾਲਕ ਨੂੰ ਪ੍ਰਾਪਤ ਕਰੀਏ, ਜਿਹੜਾ ਸਾਨੂੰ ਵਾਰ-ਵਾਰ ਜੰਮਣ ਮਰਨ ਤੋਂ ਬਚਾ ਸਕੇ। ਆਪਣੇ ਆਪ ਨੂੰ ਖੋਪੜੀ ਵਿੱਚ ਖਿੱਚ ਲੈਣਾ ਅਤੇ ਜਪਣਾ ਵਾਹਿਗੁਰੂ 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 ਵਾਹਿਗੁਰੂ। ਇਹ ਸੁਹਾਗ ਹੈ ਇਕਾਗਰਤਾ ਦੇ ਨਾਲ ਆਉਣ ਵਾਲਾ। ਜਦ ਇਕਾਗਰਤਾ ਬਣਾਵਾਂਗੇ ਅਤੇ ਮਾਲਕ ਨੂੰ ਅਸੀਂ ਚੰਗੇ ਲੱਗਾਂਗੇ ਅਤੇ ਮਾਲਕ ਸਾਡੇ ਹਿਰਦੇ ਵਿੱਚ ਆ ਕੇ ਬਹਿ ਜਾਊਗਾ। ਜਿਸ ਤਰ੍ਹਾਂ ਇੱਕ ਵਾਰ ਨਾਰਦ ਮੁਨੀ ਪਰਮੇਸ਼ਰ ਦੇ ਦਰਸ਼ਨਾਂ ਲਈ ਨਿਕਲ ਪਿਆ, ਮੋਢੇ 'ਤੇ ਬੀਣਾ ਰੱਖੀ ਆ ਅਤੇ ਲੱਭਦਾ ਫਿਰਦਾ, ਕਦੇ ਕਿਤੇ ਲੱਭਦਾ, ਕਦੇ ਕਿਤੇ ਲੱਭਦਾ, ਜੰਗਲਾਂ ਵਿੱਚ, ਦਰਿਆਵਾਂ ਦੇ ਕਿਨਾਰੇ, ਤੀਰਥਾਂ ਦੇ ਕਿਨਾਰੇ, ਕਿਤੇ ਨਾ ਲੱਭਿਆ। ਕਹਿੰਦੇ ਸ਼ਾਮਾਂ ਤੱਕ ਉਹਨੂੰ ਕਿਤੇ ਟਿਕਾ ਨਾ ਮਿਲਿਆ, ਭਟਕਦਾ ਰਿਹਾ ਅਤੇ ਥੱਕ ਹਾਰ ਕੇ ਇੱਕ ਦਰੱਖਤ ਹੇਠਾਂ ਬਹਿ ਗਿਆ। ਸੁਸਤਾਇਆ, ਦਮ ਲਿਆ, ਆਰਾਮ ਕੀਤਾ, ਫਿਰ ਬੀਣਾ ਮੋਢੇ 'ਤੇ ਲਾ ਕੇ ਤਾਰਾਂ ਖੜਕਾਈਆਂ ਔਰ ਪਰਮੇਸ਼ਰ ਨੂੰ ਸਿਫਤ ਕਰਨ ਲੱਗਿਆ, ਉਹਦਾ ਨਾਮ ਜਪਣ ਲੱਗਿਆ। ਜਦੋਂ ਹੀ ਉਸਨੇ ਡੁੱਬ ਕੇ ਸਿਫਤ ਕੀਤੀ ਅਤੇ ਨੇਤਰ ਖੋਲ੍ਹੇ, ਸਾਹਮਣੇ ਕਹਿੰਦੇ ਪਰਮੇਸ਼ਰ ਖੜ੍ਹੇ ਆ। ਕਹੋ ਸਤਨਾਮ ਸੀ। ਨਾਰਦ ਮੁਨੀ ਦੇਖ ਕੇ ਕਹਿੰਦਾ, ਵਾਹ ਮਹਾਰਾਜ, ਤੁਸੀਂ ਕਿੱਥੇ ਰਹਿੰਦੇ ਹੋ? ਕਹਿੰਦੇ ਕਿਉਂ? ਮੈਂ ਤੁਹਾਨੂੰ ਤੜਕੇ ਦਾ ਲੱਭਦਾ ਫਿਰਦਾ, ਮੈਨੂੰ ਲੱਭੇ ਹੀ ਨਹੀਂ। ਕਹੋ ਸਤਨਾਮ। ਕਿੱਥੇ ਲੱਭਿਆ ਤੂੰ ਮੈਨੂੰ? ਕਹਿੰਦਾ ਜੀ ਐਂ ਕਹੋ ਵੀ ਕਿੱਥੇ ਨਹੀਂ ਲੱਭਿਆ।
ਦਰਿਆਵਾਂ ਦੇ ਕਿਨਾਰੇ, ਤੀਰਥਾਂ ਦੇ ਕਿਨਾਰੇ, ਪਹਾੜਾਂ ਦੇ ਵਿੱਚ, ਗੁਫਾਵਾਂ ਦੇ ਵਿੱਚ, ਜੰਗਲਾਂ ਦੇ ਵਿੱਚ। ਕਹਿੰਦੇ ਜਾ ਹੋਏ, ਉੱਥੇ ਮੇਰਾ ਕੀ ਕੰਮ ਆ? ਫਿਰ ਤੁਸੀਂ ਕਿੱਥੇ ਰਹਿੰਦੇ ਹੋ? ਨਿਜ ਕਰ ਮੇਰੋ ਨਿਜ ਰੂਪ ਸਾਧ ਸੰਗਤ ਹੈ ਨਾਰਦ ਮੁਨ। ਮੈਂ ਤਾਂ ਉੱਥੇ ਬਹਿਣਾ ਜਿੱਥੇ ਕੋਈ ਮੇਰੀ ਸਿਫਤ ਕਰਦਾ ਹੈ। ਇਹ ਥੋੜ੍ਹਾ ਜਿਹਾ ਕੰਨ ਸਾਡੇ 'ਚ ਵੀ ਹੈ, ਜਿੱਥੇ ਸਾਡੀ ਸਿਫਤ ਜੀ ਹੁੰਦੀ ਉੱਥੇ ਬਾਹਲੀ ਜਾਂਦੇ ਹਾਂ, ਕਹੋ ਸਤਨਾਮ ਸ੍ਰੀ। ਪਰ ਅਸਲ ਵਿੱਚ ਸੱਚਾ ਗੁਣ ਪਰਮੇਸ਼ਰ ਵਿੱਚ ਹੈ। ਬੰਦਾ ਤਾਂ ਸਿਫਤ ਸੁਣ ਕੇ ਹੰਕਾਰ 'ਚ ਚਲਾ ਜਾਂਦਾ ਹੈ, ਉਹ ਹੰਕਾਰ ਵਿੱਚ ਨਹੀਂ ਜਾਂਦਾ। ਪਰ ਹਾਂ, ਜਿੱਥੇ ਉਹਦੀ ਸਿਫਤ ਕੀਤੀ ਆ ਉੱਥੇ ਉਹ ਜ਼ਰੂਰ ਜਾਂਦਾ ਹੈ। ਜਿੱਥੇ ਉਹਨੂੰ ਯਾਦ ਕਰਦਾ ਕੋਈ, ਉੱਥੇ ਉਹ ਜ਼ਰੂਰ ਜਾਂਦਾ ਹੈ। ਨਾਰਦ ਮੁਨੀ ਨੂੰ ਕਹਿੰਦੇ, ਵੇਖ ਆ ਤੂੰ ਬੈਠ ਕੇ ਬੀਨਾ ਵਜਾਈ, ਮੈਨੂੰ ਯਾਦ ਕੀਤਾ ਤੇ ਮੈਂ ਤੇਰੇ ਕੋਲ ਹੀ ਪ੍ਰਗਟ ਹੋ ਗਿਆ। ਮੈਂ ਤਾਂ ਉੱਥੇ ਰਹਿਣਾ ਜਿੱਥੇ ਮੈਨੂੰ ਕੋਈ ਯਾਦ ਕਰਦਾ ਹੈ। ਜੰਗਲਾਂ 'ਚ ਮੇਰਾ ਕੀ ਕੰਮ ਹੈ? ਗੁਫਾਵਾਂ 'ਚ ਮੈਂ ਕੀ ਕਰਨਾ? ਮੈਂ ਤਾਂ ਮਨੁੱਖ ਦੇ ਅੰਦਰ ਰਹਿਣਾ, ਅਤੇ ਜਦੋਂ ਮੈਨੂੰ ਯਾਦ ਕਰਦਾ ਮੈਂ ਨਿਕਲ ਕੇ ਸਾਹਮਣੇ ਬਹਿ ਜਾਂਦਾ। ਕਹੋ ਸਤਨਾਮ ਸ੍ਰੀ। ਹੁਣ ਮੈਂ ਤੇਰੇ ਸਾਹਮਣੇ ਆ ਗਿਆ। ਇਸ ਕਰਕੇ ਜਦੋਂ ਇਕਾਗਰਤਾ ਦੇ ਸੁਹਾਗ ਨੂੰ ਲੈ ਕੇ ਇਹ ਜੀਵ ਆਪਣੇ ਅੰਦਰ ਜਾਣਦਾ ਹੈ ਤਾਂ ਆਨੰਦ ਵਿਨੋਦ ਤਿੱਤੈ ਕਰ ਸੋਹੇ। ਉਸ ਹਿਰਦੇ ਰੂਪੀ ਘਰ ਵਿੱਚ ਵੀ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਕਿਹੜੇ ਪਰਿਵਾਰ ਭਰੀਆਂ? ਤੁਹਾਡੇ ਅੰਦਰੋਂ ਹੀ ਰਾਗ ਨਿਕਲੂਗਾ। ਰਾਗ ਵੀ ਬਰਾਗ ਤੋਂ ਬਿਨਾਂ ਨਹੀਂ ਨਿਕਲਦਾ। ਦੁਨੀਆ ਵੱਲੋਂ ਬਰਾਗ ਹੋਊਗਾ ਤਾਂ ਅੰਦਰੋਂ ਰਾਗ ਨਿਕਲੂਗਾ। ਜਿਨ੍ਹਾਂ ਨੇ ਬੇਅੰਤ ਗੀਤ ਬਣਾਤੇ ਉਹਨਾਂ ਨੇ ਕਿਤੇ ਨਾ ਕਿਤੇ ਸੱਟ ਖਾਧੀ ਹੋਣੀ ਆ, ਕੋਈ ਨਾ ਕੋਈ। ਕਹੋ ਸਤਨਾਮ। ਜਿਸ ਵਸਤੂ ਦਾ ਬਰਾਗ ਲੱਗਿਆ। ਧੰਨ ਗੁਰੂ ਅਰਜਨ ਦੇਵ ਜੀ ਨੇ ਵਿਛੋੜਾ ਝੱਲਿਆ ਜਦ ਉਹਨਾਂ ਨੂੰ ਲਾਹੌਰ ਭੇਜਤਾ ਵਿਆਹ ਦੇ ਵਿੱਚ, ਅਤੇ ਜਾਂਦਿਆਂ ਨੂੰ ਕਹਿਤਾ ਸੱਦੇ ਬਿਨਾਂ ਆਉਣਾ ਨਹੀਂ ਗਾ। ਪਰ ਹੁਣ ਵਿਆਹ ਟੱਪ ਗਿਆ ਮਹੀਨਾ, ਉਦੋਂ ਬਾਅਦ ਫਿਰ 5-6 ਮਹੀਨੇ ਟੱਪ ਕੇ ਕਿੱਥੇ ਜੀਅ ਲੱਗੇ। ਵਿਰਾਗ ਪੈਦਾ ਹੋ ਗਿਆ, ਸੰਸਾਰ ਵੱਲੋਂ ਉਪਰਾਮ ਹੋ ਗਏ। ਮੋਹ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰਦੁਆਰੇ ਜੀਓ। ਬਸ ਫਿਰ ਉਹਨਾਂ ਦੇ ਅੰਦਰੋਂ ਬਾਣੀ ਚੱਲ ਪਈ। ਕਹੋ ਸਤਨਾਮ ਸ੍ਰੀ। ਉਹ ਵਿਰਾਗ ਨੇ ਰਾਗ ਨੂੰ ਪੈਦਾ ਕੀਤਾ। ਤੋ ਰਾਗ ਰਤਨ ਪਰਿਵਾਰ ਕਰ ਭਰੀਆਂ ਕੀ ਹੈ? ਅੰਦਰੋਂ ਪਰਮੇਸ਼ਰ ਦੀ ਸਿਫਤ ਦੇ ਸ਼ਬਦ ਚੱਲ ਪਏ, ਸ਼ਬਦ ਗਾਵਣੇ ਆਈਆਂ। ਕਿਹਦੇ ਸ਼ਬਦ? ਪਰਮੇਸ਼ਰ ਦੇ ਸ਼ਬਦ। ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਇਹੋ ਆਨੰਦ ਹੈ। ਤਾਂ ਪਾਤਸ਼ਾਹ ਜੀ ਕਹੇ ਸ਼ਬਦ ਤਾਂ ਗਾਵੋ ਹਰੀ ਕੇਰਾ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕੀ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਆਨੰਦ ਮੈਨੂੰ ਵਿਚੋਲੇ ਗੁਰੂ ਨੇ ਦਿੱਤਾ। ਪਤੀ ਪਰਮੇਸ਼ਰ ਨਾਲ ਮਿਲਾ ਕੇ ਪ੍ਰੀਤਮ ਜੀ ਕਹਿੰਦੇ ਉਸੇ ਘਰ ਵਿੱਚ, ਹਿਰਦੇ ਰੂਪੀ ਘਰ ਵਿੱਚ ਆਨੰਦ ਵਿਨੋਦ ਤਿੱਤੈ ਕਰ ਸੋਹੇ, ਜੋ ਧਨ ਕੰਤ ਸ਼ਿੰਗਾਰੀ ਜੀਓ। ਫਿਰ ਉਹ ਜੀਵ ਆਤਮਾ ਨੂੰ ਪਰਮੇਸ਼ਰ ਸ਼ਿੰਗਾਰ ਕਰਦਾ। ਕਾਹਦਾ? ਬਾਹਰੀ ਤੌਰ 'ਤੇ ਨਹੀਂ, ਇਹ ਅੰਦਰੂਨੀ ਸ਼ਿੰਗਾਰ ਦੀ ਗੱਲ ਹੈ। ਜਿਵੇਂ 10ਵੇਂ ਪਾਤਸ਼ਾਹ ਜੀ ਨੇ ਸਿੱਖ ਦਾ ਸ਼ਿੰਗਾਰ ਕੀਤਾ। ਪਹਿਲਾਂ ਇਹ ਸਿੱਖ ਨੂੰ ਅੰਦਰੋਂ ਸਾਫ਼ ਕੀਤਾ। ਬਾਬੇ ਨਾਨਕ ਤੋਂ ਸ਼ੁਰੂਆਤ ਹੋਈ। 9 ਜਾਮਿਆਂ ਤੱਕ ਇਸ ਨੂੰ ਸੁੰਦਰ ਬਣਾਉਂਦੇ ਰਹੇ, ਅੰਦਰੋਂ ਸੋਧ ਕਰਦੇ ਰਹੇ, ਸਫਾਈ ਕਰਦੇ ਰਹੇ। 10ਵੇਂ ਜਾਮੇ ਜਾ ਕੇ ਇਸ ਨੂੰ ਬਾਹਰੀ ਦੁਸ਼ਮਣਾਂ ਤੋਂ ਬਚਾਉਣ ਵਾਸਤੇ ਸ਼ਸਤਰਧਾਰੀ ਵੀ ਕਰ ਦਿੱਤਾ। ਕਹੋ ਸਤਨਾਮ ਸ੍ਰੀ। ਇਹ ਸਿੱਖ ਦਾ ਸ਼ਿੰਗਾਰ ਕਰ ਦਿੱਤਾ। ਸਿੱਖ ਬੀਬੀਆਂ, ਸਿੱਖ ਮਨੁੱਖ ਉਹ ਲਾਲ ਪੀਲੇ ਸ਼ਿੰਗਾਰ ਨਹੀਂ ਕਰਦੀਆਂ, ਪਰ ਇਹਨਾਂ 5 ਕਕਾਰਾਂ ਨੂੰ ਸਰੀਰ ਤੋਂ ਦੂਰ ਨਹੀਂ ਕਰਦੀਆਂ। ਕਹੋ ਸਤਨਾਮ ਸ੍ਰੀ। ਜਗਿਆਸੂ ਜੀਵ ਇਸਤਰੀਆਂ। ਤਾਂ ਕਿਹੜਾ ਸ਼ਿੰਗਾਰ ਕੀਤਾ ਸਤਿਗੁਰ ਨੇ ਆਪਣੇ ਸਿੱਖ ਦੇ ਉੱਤੇ? ਜਿਵੇਂ ਕੋਈ ਪਤੀ ਆਪਣੀ ਇਸਤਰੀ ਨੂੰ ਸ਼ਿੰਗਾਰ ਦਾ ਸਮਾਨ ਲਿਆ ਕੇ ਦੇਵੇ, ਇਵੇਂ ਹੀ ਪਰਮੇਸ਼ਰ ਵੀ ਆਤਮਾ ਦਾ ਸ਼ਿੰਗਾਰ ਕਰਦਾ ਹੈ। ਫਿਰ ਇਹਦੇ ਵਿੱਚ ਗੁਣ ਭਰਦਾ ਹੈ। ਕਿਹੜੇ ਕਿਹੜੇ? ਸਤ ਸੰਤੋਖ ਸ਼ੁਭ ਗੁਣ। ਇਹਨਾਂ ਦੇ ਨਾਲ ਫਿਰ ਨਵਦਾ ਭਗਤੀ, 9 ਤਰ੍ਹਾਂ ਦੀ ਭਗਤੀ। ਨਵਦਾ ਭਗਤੀ ਦੇ ਨਾਲ ਫਿਰ ਜੀਵ ਆਤਮਾ ਦਾ ਸ਼ਿੰਗਾਰ ਹੁੰਦਾ ਹੈ। ਫਿਰ ਕਿਹੜੇ ਕਿਹੜੇ ਗੁਣ ਆਉਂਦੇ ਨੇ ਇਹਦੇ ਵਿੱਚ? ਸਾ ਗੁਣਵੰਤੀ, ਉਹ ਗੁਣਾਂ ਨਾਲ ਭਰਨਾ ਸ਼ੁਰੂ ਹੋ ਜਾਂਦੀ ਹੈ। ਚੰਗੇ ਗੁਣ ਆ ਜਾਂਦੇ ਆ। ਦਇਆ, ਸਤ, ਸੰਤੋਖ, ਨਿਮਰਤਾ। ਪਤੀ ਵਾਲੇ ਗੁਣ ਆ ਜਾਂਦੇ ਆ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਹ ਜਦੋਂ ਅੰਦਰ ਪਤੀ ਵਸੂਗਾ ਫਿਰ ਹੀ ਪਤੀ ਵਾਲੇ ਗੁਣ ਆਉਣਗੇ।
ਮਾਤਾ ਸੁਲੱਖਣੀ ਜਦ ਵਿਆਹੀ ਬਾਬੇ ਨਾਨਕ ਨਾਲ ਬੜਾ ਰੌਲਾ ਪਿਆ, ਬੜੀ ਲੜਾਈ ਰਹੀ। ਮਾਤਾ ਸੁਲੱਖਣੀ ਦੀ ਮਾਂ ਸਤਿਗੁਰਾਂ ਦੀ ਸੱਸ ਵੀ ਆ ਕੇ ਲੜਦੀ ਰਹੀ, ਮੂਲਾ ਖੱਤਰੀ ਸਹੁਰਾ ਵੀ ਲੜਦਾ ਰਿਹਾ। ਬੇਬੇ ਨਾਨਕੀ ਨਾਲ ਲੜਾਈ ਕਰਦੇ ਆ, ਤੁਸੀਂ ਵਿਚੋਲੇ ਬਣੇ ਸੀਗੇ, ਸਾਡੀ ਕੁੜੀ ਡੋਬਤੀ, ਤੇਰਾ ਭਰਾ ਤਾਂ ਸਾਧ ਬਣਿਆ ਫਿਰਦਾ, ਲੋਕਾਂ ਨੂੰ ਵੰਡੀ ਜਾਂਦਾ ਮੋਦੀ ਖਾਨੇ 'ਤੇ ਬੈਠ ਕੇ। ਘਰੇ ਆ ਕੇ ਆਪਣੀ ਘਰਵਾਲੀ ਦੀ ਗੱਲ ਨਹੀਂ ਪੁੱਛਦਾ। ਬੇਬੇ ਨਾਨਕੀ ਕਹਿੰਦੀ, ਮਾਸੀ ਤੈਨੂੰ ਗੱਲ ਦੱਸਦੀ ਹਾਂ, ਮੇਰਾ ਭਰਾ ਤਾਂ ਮਾੜਾ ਨਹੀਂ ਹੈਗਾ। ਅਸਲ ਦੇ ਵਿੱਚ ਤੁਹਾਡੀ ਲੜਕੀ ਹੈ ਨਾ, ਉਹ ਲਾਡ ਪਿਆਰਾਂ 'ਚ ਪਲੀ ਹੈ, ਉਹਨੂੰ ਤੁਸੀਂ ਸੇਵਾ ਭਾਵਨਾ ਨਹੀਂ ਸਿਖਾਈ। ਕਹੋ ਸਤਿਨਾਮ ਸ੍ਰੀ। ਉਹਨੂੰ ਜਾ ਕੇ ਮੇਰੀ ਗੱਲ ਸਮਝਾ ਦੀ ਵੀ ਜਦੋਂ ਵੀ ਨਾਨਕ ਘਰੇ ਆਵੇ ਨਾ, ਉਹ ਆਪਣੇ ਹੱਥੀਂ ਸੇਵਾ ਕਰੇ, ਜਲ ਪਾਣੀ ਛਕਾਵੇ, ਪੱਖਾ ਚੱਲੇ, ਨੌਕਰਾਂ ਨੂੰ ਪਾਸੇ ਕਰ ਦੇਵੇ। ਤੇ ਦੂਸਰਾ, ਜਿਵੇਂ ਉਹਦਾ ਪਤੀ ਕਰਦਾ ਉਵੇਂ ਉਹ ਕਰਨ ਲੱਗ ਪਏ। ਉਹ ਉੱਥੇ ਦਾਨ ਪੁੰਨ ਕਰਦਾ, ਇਹ ਘਰੇ ਕਰੇ। ਕਹੋ ਸਤ। ਉਹਨੂੰ ਬੜੀ ਚੰਗੀ ਲੱਗੂਗੀ ਮੇਰੇ ਭਰਾ ਨੂੰ, ਜਦ ਉਹਦੇ ਮੁਤਾਬਕ ਚੱਲੂਗੀ, ਫਿਰ ਆਪੇ ਸਾਰੀ ਗੱਲ ਬਣ ਜਾਣੀ ਆ। ਉਹੀ ਹੋਇਆ ਜੋ ਜਾ ਕੇ ਦੱਸਿਆ ਸੁਲੱਖਣੀ ਨੂੰ ਉਹਦੀ ਮਾਂ ਨੇ ਵੀ ਧੀਏ, ਅਸਲ ਵਿੱਚ ਤੂੰ ਪਿਆਰ 'ਚ ਪਲੀਆਂ, ਲਾਡ 'ਚ ਪਲੀਆਂ, ਤੈਨੂੰ ਪਤਾ ਨਹੀਂ ਗਾ, ਇਹ ਤੂੰ ਸੇਵਾ ਕਰਿਆ ਕਰ। ਜਦੋਂ ਘਰੇ ਆਉਂਦਾ ਨਾਨਕ, ਆਪਣੇ ਪਤੀ ਦੀ ਆਪ ਸੇਵਾ ਕਰਿਆ ਕਰ, ਪ੍ਰਸ਼ਾਦਾ ਪਾਣੀ ਆਪ ਛਕਾਇਆ ਕਰ ਕੋਲ ਬੈਠ ਕੇ, ਔਰ ਨਾਲ ਹੀ ਜਿਵੇਂ ਉਹ ਚੱਲਦਾ ਉਵੇਂ ਤੂੰ ਚੱਲ। ਫਿਰ ਗੱਲ ਬਣ ਜਾਣੀ ਹੈ। ਤੇ ਗੱਲ ਬਣ ਗਈ। ਫਿਰ 2 ਸਪੁੱਤਰ ਵੀ ਹੋਏ, ਫਿਰ ਪਿਆਰ ਵੀ ਬਹੁਤ ਪੈ ਗਿਆ। ਉਸ ਤੋਂ ਬਾਅਦ ਕਰਤਾਰਪੁਰ ਜਾ ਕੇ ਵਸੇ। ਫਿਰ ਖੈਰ ਉਹਦੇ ਵਿੱਚ ਫਿਰ ਕਿਹੜੇ ਕਿਹੜੇ ਗੁਣ ਆ ਜਾਣਗੇ। ਅਧਿਆਤਮਕ ਗੱਲ ਬ੍ਰਹਮ ਗਿਆਨੀ ਵਿੱਚ, ਨਾਮ ਜਪਣ ਵਾਲੀ ਰੂਹ ਵਿੱਚ ਹੁਣ ਉਹਦੀ ਗੱਲ ਚੱਲਦੀ ਆ। ਸਾ ਗੁਣਵੰਤੀ, ਉਹ ਗੁਣਾਂ ਨਾਲ ਭਰ ਜਾਵੇਗੀ। ਸਾ ਵਡ ਭਾਗਣ, ਉਹ ਵੱਡੇ ਭਾਗਾਂ ਵਾਲੀ ਹੋ ਜਾਵੇਗੀ। ਪੁੱਤਰ ਬੰਤੀ, ਇੱਥੇ ਪੁੱਤਰ ਜਿਹੜਾ ਹੈ ਉਹ ਬ੍ਰਹਮ ਗਿਆਨ ਹੈ। ਉਸ ਰੂਹ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਵੇਗਾ। ਉਹ ਪੁੱਤਰਾਂ ਵਾਲੀ ਹੋ ਜਾਵੇਗੀ, ਗਿਆਨ ਪੈਦਾ ਹੋ ਜਾਵੇਗਾ। ਸੀਲਵੰਤ, ਉਹਦੇ ਅੰਦਰ ਸਤਿਗੁਰੂ ਨਿਮਰਤਾ ਬਖਸ਼ਿਸ਼ ਕਰ ਦੇਣਗੇ। ਗਰੀਬੀ ਦੱਸਦੇ ਆ, ਪਰਮੇਸ਼ਰ ਕੋਲੇ ਜੇ ਕਿਲੋ ਗਰੀਬੀ ਸੀ ਨਾ, ਤੇ 1.25 ਕਿਲੋ ਤਾਂ ਬਾਬਾ ਨਾਨਕ ਜੀ ਇਕੱਲੇ ਹੀ ਲੈ ਆਏ। ਕਹੋ ਸਤਿਨਾਮ ਸ੍ਰੀ। ਔਰ ਉਹ 1.25 ਕਿਲੋ ਗਰੀਬੀ ਲਿਆ ਕੇ ਆਪਣੇ ਸਿੱਖਾਂ ਨੂੰ ਵੰਡੀ ਆ ਉਹਨਾਂ ਨੇ। ਔਰ ਪਾਈ ਆ ਗਰੀਬੀ ਜਿਹੜੀ ਬਚੀ, ਉਹ ਲੜਕੀਆਂ ਨੂੰ ਅਤੇ ਗਊ ਗਰੀਬ ਨੂੰ ਦਿੱਤੀ। ਕਹੋ ਸਤਿਨਾਮ ਸ੍ਰੀ। ਖੈਰ ਪ੍ਰੀਤਮ ਜੀ ਕਹਿੰਦੇ, ਪੁੱਤਰਵੰਤੀ, ਉਹਦੇ ਅੰਦਰ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਹੋਵੇਗਾ। ਉਹਦੇ ਅੰਦਰ ਨਿਮਰਤਾ ਪੈਦਾ ਹੋਵੇਗੀ। ਸੁਹਾਗਣ, ਉਹ ਸਦਾ ਸੁਹਾਗਣ ਹੋ ਜਾਵੇਗੀ, ਕਿਉਂਕਿ ਪਰਮੇਸ਼ਰ ਮਰਦਾ ਹੀ ਨਹੀਂ ਗਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਜੀਵ ਇਸਤਰੀ ਸਰੀਰ ਨੂੰ ਛੱਡ ਕੇ ਮਾਲਕ ਵਿੱਚ ਮਿਲ ਕੇ ਸਦਾ ਲਈ ਸੁਹਾਗਣ ਹੋ ਜਾਵੇਗੀ। ਰੂਪਵੰਤ, ਉਹ ਸੋਹਣੀ ਲੱਗੇਗੀ। ਗੁਰਮੁਖਾਂ ਨੂੰ ਨਾਮ ਜਪਣ ਵਾਲੇ, ਜਪਾਉਣ ਵਾਲੇ ਸੋਹਣੇ ਲੱਗਦੇ ਆ ਨਾ, ਸ਼ਿੰਗਾਰ ਨਹੀਂ ਵੇਖਦੇ। ਸੰਸਾਰੀਆਂ ਨੂੰ ਸ਼ਿੰਗਾਰ ਸੋਹਣਾ ਲੱਗਦਾ ਹੋਣਾ, ਪਰ ਸੰਸਾਰੀਆਂ ਨੂੰ ਵੀ ਸ਼ਿੰਗਾਰ ਤਾਂ ਸੋਹਣਾ ਲੱਗੂ ਜੇ ਸ਼ਿੰਗਾਰ ਕਰਨ ਵਾਲੀ ਕੰਮ ਵੀ ਜਾਣਦੀ ਹੋਵੇ, ਕੁੱਡਰ ਨਾ ਹੋਵੇ। ਕਹੋ ਸਤਿਨਾਮ ਸ੍ਰੀ। ਕੱਲਾ ਸ਼ਿੰਗਾਰ ਕੀ ਕਰੂਗਾ। ਤੇ ਸਿੱਖ ਵੀ ਕੇਵਲ ਬਾਹਰੀ ਤੌਰ 'ਤੇ ਸ਼ਿੰਗਾਰ ਕਰ ਲਿਆ 5 ਕਕਾਰਾਂ ਦਾ, ਜੇ ਅੰਦਰੋਂ ਨਹੀਂ ਬਦਲਿਆ ਤਾਂ ਵੀ ਚੰਗਾ ਨਹੀਂ ਲੱਗਦਾ। ਕਹੋ ਸਤਿਨਾਮ ਸ੍ਰੀ। ਜੇ ਅੰਦਰੋਂ ਸੁਭਾਅ ਨਹੀਂ ਬਦਲਦਾ, ਜੀਵਨ ਨੂੰ ਨਹੀਂ ਬਦਲਦਾ, ਜੇ ਪਤਾ ਲੱਗ ਗਿਆ ਵੀ ਇਹਦਾ ਜੀਵਨ ਮਾੜਾ ਹੈ, ਉਹਨੂੰ ਮੁੜ ਕੇ ਕਿਸੇ ਨੇ ਪਿਆਰ ਨਹੀਂ ਕਰਨਾ। ਕਹੋ ਸਤਿਨਾਮ ਸ੍ਰੀ। ਜਿਸ ਤਰ੍ਹਾਂ ਸੱਤੇ ਬਲਵੰਡੇ ਹੋਰੇ ਸੰਗਤ ਨੂੰ ਬੜਾ ਪਿਆਰੇ ਸੀਗੇ, ਬੜਾ ਸੋਹਣਾ ਕੀਰਤਨ ਕਰਦੇ ਸੀ, ਪਰ ਇੱਕ ਵਾਰੀ ਗੁਰੂ ਤੋਂ ਬੇਮੁਖ ਹੋਏ ਮਾਇਆ ਪਿੱਛੇ, ਤੇ ਸਾਰੀ ਸੰਗਤ ਨੇ ਲਾਹੌਰ ਤੱਕ ਉਹਨਾਂ ਨੂੰ ਮੂੰਹ ਲਾਉਣਾ ਬੰਦ ਕਰਤਾ। ਹੁਣ ਸੋਹਣੇ ਨਹੀਂ ਲੱਗਦੇ, ਕਿਉਂਕਿ ਉਹ ਗੁਰੂ ਦੇ ਗੀਤ ਗਾਣੇ ਬੰਦ ਕਰਤੇ ਉਹਨਾਂ ਨੇ। ਕਹਿੰਦੇ ਅਸੀਂ ਨਹੀਂ ਕੀਰਤਨ ਕਰਦੇ, ਤੁਸੀਂ ਸਾਡੀ ਲੜਕੀ ਦੇ ਵਿਆਹ ਵਾਸਤੇ ਸਾਨੂੰ ਵਾਹਵਾ ਸਾਰੇ ਪੈਸੇ ਨਹੀਂ ਦਿੱਤੇ। ਕਹੋ ਸਤਿਨਾਮ ਸ੍ਰੀ। ਭਾਈ ਬੁੱਢਾ ਸੱਦਣ ਗਏ, ਭਾਈ ਗੁਰਦਾਸ ਜੀ ਬੁਲਾਉਣ ਵਾਸਤੇ ਗਏ, ਬਾਬਾ ਬੁੱਢਾ ਜੀ ਬੁਲਾਉਣ ਵਾਸਤੇ ਗਏ, ਗੁਰੂ ਅਰਜਨ ਦੇਵ ਜੀ ਖੁਦ ਬੁਲਾਉਣ ਵਾਸਤੇ ਗਏ ਵੀ ਨਹੀਂ ਭਾਈ ਚੱਲ ਕੇ ਕੀਰਤਨ ਕਰੋ, ਸੰਗਤ ਬੈਠੀ ਹੈ, ਲੜਕੀ ਦਾ ਵਿਆਹ ਅਸੀਂ ਆਪੇ ਕਰ ਦਿਆਂਗੇ, ਫਿਕਰ ਨਾ ਕਰੋ। ਕਹਿੰਦੇ ਨਾ, ਅਸੀਂ ਤਾਂ ਪੈਸੇ ਲੈਣੇ ਆ। ਹੁਣ ਤੁਹਾਨੂੰ ਪਤਾ ਲੱਗਿਆ ਨਾ, ਜੇ ਅਸੀਂ ਕੀਰਤਨ ਕਰਦੇ ਹਾਂ ਤਾਈਆਂ ਲੋਕ ਆਉਂਦੇ ਆ,
ਜੇ ਮਰਦਾਨਾ ਕੀਰਤਨ ਕਰਦਾ ਸੀਗਾ ਤਾਈਓ ਲੋਕ ਬਾਬੇ ਨਾਨਕ ਨੂੰ ਜਾਣਨ ਲੱਗੇ। ਜੇ ਮਰਦਾਨੇ ਕੋਲ ਰਵਾਬ ਨਾ ਹੁੰਦੀ ਬਾਬੇ ਨਾਨਕ ਨੂੰ ਕੌਣ ਜਾਣਦਾ ਸੀ। ਇਵੇਂ ਸਾਡੇ ਮਰਦਾਨੇ ਦੀਆਂ ਅਗਲੀਆਂ ਕੁਲਾਂ ਦੇ ਲੋਕਾਂ ਨੇ ਕੀਰਤਨ ਕੀਤਾ ਤਾਂ ਗੁਰੂ ਅੰਗਦ, ਗੁਰੂ ਅਮਰਦਾਸ, ਰਾਮਦਾਸ ਨੂੰ ਦੁਨੀਆ ਜਾਣਨ ਲੱਗੀ। ਹੁਣ ਅਸੀਂ ਕੀਰਤਨ ਕਰਦੇ ਹਾਂ ਤਾਂ ਹੀ ਲੋਕ ਸਾਨੂੰ ਮੱਥਾ ਟੇਕਦੇ ਆ। ਗੁਰੂ ਅਰਜਨ ਦੇ ਮੂੰਹ 'ਤੇ ਗੱਲਾਂ ਕੀਤੀਆਂ ਉਹਨਾਂ ਨੇ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਫਿੱਟ ਗਏ ਹੋ, ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲੈਂਦੇ, ਤੁਸੀਂ ਬਾਬੇ ਨਾਨਕ ਨੂੰ ਵੀ ਕਹਿ ਦਿੱਤਾ, ਉਹਨਾਂ ਨੂੰ ਵੀ ਨਹੀਂ ਛੱਡਿਆ। ਜਾਓ ਤੁਸੀਂ ਫਿੱਟ ਗਏ। ਅਤੇ ਸੰਗਤਾਂ ਨੂੰ ਕਹਿੰਦੇ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਗਾ, ਜਿੱਧਰ ਮਰਜ਼ੀ ਜਾਣ। ਉਹ ਫਿੱਟ ਗਏ ਹਨ, ਭਾਵ ਹੰਕਾਰੀ ਹੋ ਗਏ ਹਨ। ਅਤੇ ਪਾਤਸ਼ਾਹ ਦਾ ਕਿਹਾ ਬਚਨ ਕੇਵਲ ਇੱਥੇ ਨਹੀਂ ਖੜ੍ਹਾ, ਉਹਨਾਂ ਦੇ ਸਰੀਰ ਦੇ ਵਿੱਚੋਂ ਸਰੀਰ ਫਟ ਗਿਆ ਔਰ ਖੂਨ ਪਾਣੀ ਆਦਿ ਚੱਲਣ ਲੱਗਿਆ। ਅਤੇ ਸੰਗਤ ਉਹਨਾਂ ਨੂੰ ਮੱਥੇ ਨਹੀਂ ਸੀ ਲਾਉਂਦੀ ਉਦੋਂ। ਕੋਈ ਸਤਨਾਮ ਸ੍ਰੀ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਗਿਆ, ਸਮਝੋ ਹਰੀ ਵਸ ਗਿਆ। ਪਰਮੇਸ਼ਰ ਪਤੀ ਦੂਰ ਬੈਠਾ ਹੈ, ਇਸਤਰੀ ਆਪਣੇ ਪੇਕਿਆਂ ਵਿੱਚ ਬੈਠੀ ਵੀ, ਸਹੁਰਿਆਂ ਵਿੱਚ ਬੈਠੀ ਵੀ ਆਪਣੇ ਮਾਲਕ ਨੂੰ ਯਾਦ ਰੱਖਦੀ ਹੈ ਤਾਂ ਉਸ ਨੂੰ ਮਾਲਕ ਚੰਗਾ ਲੱਗਦਾ, ਮਾਲਕ ਨੂੰ ਉਹ ਚੰਗੀ ਲੱਗਦੀ ਆ। ਅਸੀਂ ਸੰਸਾਰ ਰੂਪੀ ਪੇਕਿਆਂ 'ਚ ਬੈਠੇ ਹਾਂ, ਜੇ ਇੱਥੇ ਬੈਠੇ ਮਾਲਕ ਨੂੰ ਯਾਦ ਕਰਾਂਗੇ, ਕੱਲ੍ਹ ਨੂੰ ਜਦ ਸਰੀਰ ਛੱਡਾਂਗੇ ਮਾਲਕ ਘਰੇ ਵੀ ਲੈ ਜਾਊਗਾ। ਇਸ ਕਰਕੇ ਉਹ ਜੀਵ ਇਸਤਰੀਆਂ ਰੂਪਵੰਤ ਸੋਹਣੀਆਂ ਲੱਗਦੀਆਂ, ਸਾ ਸੁਗੜ ਉਹ ਸਿਆਣੀਆਂ ਲੱਗਦੀਆਂ, ਵਿਚੱਖਣ ਉਹ ਸਭ ਨੂੰ ਚੰਗੀਆਂ ਲੱਗਦੀਆਂ। ਜੋ ਧਨ ਕੰਤ ਪਿਆਰੀ ਜੀਓ, ਜਿਹੜੀਆਂ ਮਾਲਕ ਨੂੰ ਪਿਆਰ ਕਰਦੀਆਂ। ਜਿਨ੍ਹਾਂ ਨਾਨਕ ਸਤਿਗੁਰ ਪੂਜਿਆ ਗਾਹਾਂ ਤਿੰਨ ਹਰ ਪੂਜ ਕਰਾਵਾ, ਆਸਾ ਦੀ ਵਾਰ 'ਚੋਂ ਪੜ੍ਹਦੇ ਆ ਰਾਗੀ ਸਿੰਘ। ਜਿਨ੍ਹਾਂ ਨੇ ਗੁਰੂ ਨਾਨਕ ਦੀ ਪੂਜਾ ਕੀਤੀ, ਗੁਰੂ ਨਾਨਕ ਨੇ ਉਹਨਾਂ ਸਿੱਖਾਂ ਦੀ ਪੂਜਾ ਵੀ ਕਰਵਾ ਦਿੱਤੀ। ਬਾਬਾ ਬੁੱਢਾ ਜੀ ਵਰਗੇ ਸਤਿਕਾਰਯੋਗ ਹੋ ਗਏ, ਗੁਰੂ ਨਾਨਕ ਦੇ ਘਰ ਦੇ ਦੂਜੇ ਨੰਬਰ 'ਤੇ ਆ ਗਏ, ਉਹ ਵਜ਼ੀਰ ਬਣਾ ਦਿੱਤੇ। ਕੋਈ ਸਤਨਾਮ, ਗੁਰੂ ਨੇ ਆਪਣੇ ਥਾਂ 'ਤੇ ਵਜ਼ੀਰ ਬਣਾਤਾ ਉਹਨਾਂ ਨੂੰ। ਤੁਸੀਂ ਸਾਡੇ ਵਜ਼ੀਰ ਹੋਏ, ਤਾਬਿਆ ਬੈਠ ਕੇ ਬਾਣੀ ਸੁਣਾਇਆ ਕਰੋ। ਕੋਈ ਸਤਨਾਮ ਸ੍ਰੀ। ਤਾਂ ਇਸ ਤਰ੍ਹਾਂ ਜਿਨ੍ਹਾਂ ਨੇ ਗੁਰੂ ਦੀ ਪੂਜਾ ਕੀਤੀ, ਉਹਨਾਂ ਦੀ ਸੰਸਾਰ ਨੇ ਪੂਜਾ ਕੀਤੀ। ਸਾਨੂੰ ਉਹ ਚੰਗੇ ਲੱਗਦੇ ਆ, ਸਤਿਕਾਰਯੋਗ ਹੈ। ਅੱਜ ਜਿੱਥੇ ਗੁਰਬਾਣੀ ਵੀ 6 ਸਤਿਗੁਰਾਂ ਦੀ ਬਾਣੀ ਹੈ, ਉੱਥੇ ਨਾਲ ਉਹ 15 ਭਗਤ ਜਿਹੜੇ ਪੈਦਾ ਭਾਵੇਂ ਨੀਵੀਆਂ ਜਾਤਾਂ ਵਿੱਚ ਹੋਏ, ਵੈਸੇ ਬਾਣੀ ਨਹੀਂ ਕਹਿੰਦੀ, ਮੈਂ ਬ੍ਰਾਹਮਣਾਂ ਦੇ ਕਹਿਣ ਮੁਤਾਬਕ ਕਹਿਣਾ, ਇੱਥੇ ਸਭ ਬਰਾਬਰ ਆਪਾਂ। ਪਰ ਅੱਜ ਉਹ ਲੋਕ ਜਿਹੜੇ ਕਿਸੇ ਵੇਲੇ ਇਹਨਾਂ ਨੂੰ ਸ਼ੂਦਰ ਕਹਿ ਕੇ ਮੰਦਰਾਂ ਵਿੱਚ ਨਹੀਂ ਸੀ ਵੜਨ ਦਿੰਦੇ, ਅੱਜ ਉਹੀ ਮੱਥਾ ਟੇਕਦੇ ਆ। ਕੋਈ ਸਤਨਾਮ। ਕਾਹਦੇ ਕਾਰਨ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦਾ ਪਤੀ ਪਰਮਾਤਮਾ ਆ ਕੇ ਵਸ ਗਿਆ। ਕੋਈ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਉਹ ਚੰਗੇ ਲੱਗਦੇ ਆ। ਸਾਤਨ ਕੰਤ ਪਿਆਰੀ ਜੀਓ, ਜਿਹੜੀਆਂ ਰੂਹਾਂ ਮਾਲਕ ਨੂੰ ਪਿਆਰ ਕਰਦੀਆਂ, ਉਹ ਦੁਨੀਆ ਨੂੰ ਪਿਆਰੀਆਂ ਲੱਗਦੀਆਂ। ਆਚਾਰਵੰਤ, ਕਿਉਂਕਿ ਉਹਨਾਂ ਦਾ ਚਾਲ ਚੱਲਣ ਵਧੀਆ ਹੋ ਜਾਂਦਾ। ਅਤੇ ਜਿਹਦਾ ਚਾਲ ਚੱਲਣ ਵਿਗੜ ਜੇ, ਪਰ ਬਾਹਰੀ ਤੌਰ 'ਤੇ ਧਰਮੀ ਚਿੰਨ੍ਹ ਕਕਾਰ ਪਾਏ ਹੋਣ, ਚਾਹੇ ਹਿੰਦੂ ਮਤ ਦੇ ਚਿੰਨ੍ਹ ਪਹਿਨੇ ਹੋਣ, ਬ੍ਰਾਹਮਣ ਬਣਿਆ ਹੋਵੇ, ਚਾਹੇ ਕਾਜੀ ਬਣਿਆ ਹੋਵੇ, ਚਾਹੇ ਮੁਸਲਮਾਨ ਬਣਿਆ ਹੋਵੇ, ਅਤੇ ਚਾਹੇ ਅਨੇਕਾਂ ਤਰ੍ਹਾਂ ਦੇ ਹਿੰਦੂ ਸਾਧੂ ਹੋਣ, ਪਰ ਜੇ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹ ਘਿਰ ਚੁੱਕਿਆ ਹੈ ਤਾਂ ਉਹਨਾਂ ਦਾ ਧਾਰਮਿਕ ਸ਼ਿੰਗਾਰ ਵੀ ਚੰਗਾ ਨਹੀਂ ਲੱਗਦਾ। ਉਹ ਜੇਲ੍ਹਾਂ 'ਚ ਪਏ ਆ। ਕੋਈ ਸਤਨਾਮ ਸ੍ਰੀ। ਉਹਨਾਂ ਨੂੰ ਫਟਕਾਰਾਂ ਪੈਂਦੀਆਂ, ਲਾਹਣਤਾਂ ਪੈਂਦੀਆਂ। ਜੇ ਕੋਈ ਸਿੱਖ ਵੀ ਕਕਾਰ ਪਹਿਨ ਕੇ ਆਪਣੇ ਆਪ ਨੂੰ ਗੁਰੂ ਕਾ ਸਿੱਖ ਕਹਾ ਕੇ ਪੁੱਠੇ ਕੰਮ ਕਰਦਾ ਹੈ ਅਤੇ ਚੰਗਾ ਉਹ ਵੀ ਕਿਸੇ ਨੂੰ ਨਹੀਂ ਲੱਗਦਾ। ਕੋਈ ਸਤਨਾਮ ਸ੍ਰੀ। ਗੁਰੂ ਉਹਨੂੰ ਵੀ ਆਪਦਾ ਨਹੀਂ ਬਣਾਉਂਦਾ, ਮੁੜ ਕੇ ਉਹਨੂੰ ਵੀ ਘਰੋਂ ਕਹਿੰਦਾ ਚੱਲ ਜਾ ਜਿੱਧਰ ਜਾਣਾ। ਹੋਰ ਤਾਂ ਹੋਰ ਰਾਮ ਰਾਏ ਨੂੰ ਸਤਿਗੁਰੂ ਹਰ ਰਾਏ ਸਾਹਿਬ ਜੀ ਨੇ ਨਹੀਂ ਬਖਸ਼ਿਆ। ਕੋ ਆਪਣਾ ਪੁੱਤਰ ਸੀਗਾ। ਇਹ ਇਸ ਕਰਕੇ ਸਤਿਗੁਰਾਂ ਨੇ ਕੀਤਾ ਕਿ ਸਿੱਖਾਂ ਨੂੰ ਇਹ ਅਕਲ ਆ ਜੇ ਕਿ ਅਸੀਂ ਐਡੀ ਕੁ ਵੀ ਗਲਤੀ ਕੀਤੀ ਅਤੇ ਬਖਸ਼ਣਾ ਸਾਨੂੰ ਵੀ ਨਹੀਂ, ਜਿਹਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ। ਅਤੇ ਜਿਹੜੇ ਅੱਜ ਗਲਤੀਆਂ ਕਰਦੇ ਹੈ ਅਤੇ ਮੀਡੀਆ ਦਾ ਯੁੱਗ ਹੈ, ਦੁਨੀਆ ਵਿੱਚ ਪ੍ਰਗਟ ਹੋ ਜਾਂਦੀਆਂ, ਫਲਾਣੇ ਨੇ ਆਹ ਕਰਤਾ, ਫਲਾਣੇ ਨੇ ਉਹ ਕਰਤਾ, ਫਲਾਣੇ ਗੁਰਦੇ ਵਿੱਚ ਸ਼ਰਾਬ ਪੀਂਦੇ ਫੜੇ ਗਏ, ਫਲਾਣੇ ਥਾਂ 'ਤੇ ਫੜੇ ਗਏ, ਫਲਾਣੇ ਥਾਂ ਫੜੇ ਗਏ।
ਭਲਾ ਉਹ ਦੁਨੀਆ ਨੂੰ ਜਾਂ ਸਿੱਖਾਂ ਨੂੰ ਜਾਂ ਸੰਗਤ ਨੂੰ ਜਾਂ ਪਰਮੇਸ਼ਰ ਨੂੰ ਕਿਵੇਂ ਚੰਗੇ ਲੱਗਣਗੇ, ਗੁਰੂ ਨੂੰ ਉਹ ਕਿਵੇਂ ਚੰਗੇ ਲੱਗਣਗੇ। ਉਹ ਲੋਕ ਕਹੋ ਸਤਨਾਮ ਸ੍ਰੀ। ਤਾਂ ਕੌਣ ਚੰਗੇ ਲੱਗਦੇ ਆ? ਜਿਹੜੇ ਪਰਮੇਸ਼ਰ ਦੇ ਭੈ ਵਿੱਚ ਚੱਲਦੇ ਹੈ, ਪਰਮੇਸ਼ਰ ਦਾ ਹੁਕਮ ਮੰਨਦੇ ਹੈ, ਆਚਾਰਵੰਤ, ਜਿਨ੍ਹਾਂ ਦਾ ਚਾਲ ਚੱਲਣ ਉੱਚਾ ਹੋ ਗਿਆ, ਕਰੈਕਟਰ। ਜੇ ਬਾਣੀ ਪੜ੍ਹਨਗੇ ਤਾਂ ਚਾਲ ਚੱਲਣ ਉੱਚਾ ਹੋਊਗਾ। ਜਿਨ੍ਹਾਂ ਦਾ ਨਹੀਂ ਉੱਚਾ ਹੋਇਆ, ਸਮਝੋ ਉਹਨਾਂ ਨੇ ਪਖੰਡ ਧਾਰਿਆ, ਭੇਖ ਧਾਰਿਆ। ਬਾਬਾ ਜੀ ਕਹਿੰਦੇ ਬਿਨ ਪੌਹਲ ਪੇਖ ਧਰੇ, ਬਿਨ ਪੌਹਲ ਕੇਸ ਧਰੇ ਤੇ ਭੇਖੀ ਮੂੜਾ ਸਿੱਖ। ਜਿਹੜਾ ਪੌਹਲ ਲੈਂਦਾ ਨਹੀਂ ਗਾ, ਕੇਸ ਰੱਖ ਕੇ, ਦਾੜਾ ਰੱਖ ਕੇ, ਪੱਗ ਬੰਨ੍ਹ ਕੇ ਕਹਿੰਦਾ ਮੈਂ ਸਿੱਖ ਹਾਂ, ਤੂੰ ਸਿੱਖ ਕਿੱਥੋਂ ਹੋ ਗਿਆ? ਸਿੱਖਿਆ ਤਾਂ ਲਈ ਨਹੀਂ ਹਲੇ। ਕਹੋ ਸਤਨਾਮ ਸ੍ਰੀ। ਤਾਂ ਕੋ ਦਰਸ਼ਨ ਨਾਹੇ ਮਨ ਮਮ, ਉਹਨੂੰ ਮੇਰੇ ਦਰਸ਼ਨ ਨਹੀਂ ਹੋ ਸਕਦੇ ਜਿਹੜਾ ਪਖੰਡ ਕਰਦਾ। ਤਾਂ ਕੋ ਦਰਸ਼ਨ ਨਾਹੇ ਮਮ, ਤਾਂ ਤੇ ਸਿੱਖਾ ਇਹ ਭੇਖ ਤਿਆਗ ਦੇ, ਪਖੰਡ ਤਿਆਗ ਦੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾ, ਫਿਰ ਗੱਲ ਬਣਨੀ ਆ। ਤੇਰਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੈ, ਉਹਨਾਂ ਦੀ ਪਛਾਣ ਉਹਨਾਂ ਦੇ ਚਾਲ ਚੱਲਣ ਤੋਂ ਹੋ ਜਾਊਗੀ, ਕਰੈਕਟਰ ਤੋਂ ਹੋ ਜਾਊਗੀ। ਆਚਾਰਵੰਤ ਸਾਈ ਪ੍ਰਧਾਨੇ, ਉਹ ਇੱਥੇ ਵੀ ਪ੍ਰਧਾਨ, ਉਹ ਦਰਗਾਹ ਵਿੱਚ ਵੀ ਪ੍ਰਧਾਨ। ਕਹੋ ਸਤਨਾਮ ਸੀ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚਾਂ ਕਾ ਗੁਰ ਇੱਕ ਧਿਆਨ। ਪੰਜ ਸਿਆਣੇ ਨੂੰ ਵੀ ਕਹਿੰਦੇ ਆ, ਪੰਜ ਤੁਹਾਡੀ ਇਹ ਪੰਜ ਗਿਆਨ ਇੰਦਰੀ ਚਿਹਰੇ 'ਤੇ ਲੱਗੀ ਆ, ਇਹਨਾਂ ਨੂੰ ਵੀ ਕਹਿੰਦੇ ਆ। ਅਤੇ ਪੰਜ ਉਹਨਾਂ ਮੁਖੀ ਸਿੱਖਾਂ ਨੂੰ ਵੀ ਕਿਹਾ, ਬਾਬਾ ਬੁੱਢਾ ਜੀ ਵਰਗਿਆਂ ਨੂੰ, ਭਾਈ ਗੁਰਦਾਸ ਵਰਗਿਆਂ ਨੂੰ, ਜਿਹੜੇ ਕੇਵਲ ਇੱਕ ਪਰਮੇਸ਼ਰ ਨਾਲ, ਗੁਰੂ ਨਾਲ ਜੁੜੇ ਹੋਏ ਆ। ਕਹੋ ਸਤਨਾਮ ਸ੍ਰੀ। ਪੰਜ ਉਹ ਪੰਜ ਪਿਆਰੇ ਵੀ ਆ, ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਕੇ ਆਪਣਾ ਸੀਸ ਤੱਕ ਪ੍ਰਵਾਨ ਕੀਤਾ ਹੈ, ਕੁਰਬਾਨ ਕੀਤਾ ਹੈ, ਔਰ ਗੁਰਮਤਿ ਅਨੁਸਾਰ ਚੱਲੇ। ਉਹ ਵੀ ਪੰਜ ਹੈ। ਪ੍ਰੀਤਮ ਜੀ ਕਹਿੰਦੇ ਉਹ ਪ੍ਰਧਾਨ ਹਨ, ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਕਿਉਂਕਿ ਉਹਨਾਂ ਦੇ ਅੰਦਰ ਤੇ ਬਾਹਰ ਗਿਆਨ ਦਾ ਸ਼ਿੰਗਾਰ ਹੈ। ਉਹ ਆਪਣੇ ਗਿਆਨ ਕਰਕੇ ਮਾੜੇ ਥਾਂ 'ਤੇ ਨਹੀਂ ਖੜ੍ਹਦੇ, ਮਾੜੇ ਦੀ ਸੰਗਤ ਨਹੀਂ ਕਰਦੇ। ਜੇ ਕਿਸੇ ਕਾਰਨ ਗਾਤਰਾ ਪਾਇਆ ਉੱਤੋਂ ਦੀ ਅਤੇ ਠੇਕੇ ਦੇ ਵਾਰ 'ਚ ਵੈਸੇ ਵੀ ਕਿਤੇ ਖੜ੍ਹ ਗਿਆ ਨਾ, ਤਾਂ ਵੀ ਦਾਗ ਲੱਗ ਜਾਣਾ। ਅਤੇ ਕਬੀਰ ਸਾਹਿਬ ਜੀ ਕਹਿੰਦੇ ਪਾਸੇ ਦੀ ਲੰਘੋ। ਕਬੀਰ ਜਗ ਕੋਜਲ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨੀਕਸ ਜਾਹੇ। ਟੱਪ ਜੋ ਬੋਝ ਕੇ ਪਾਸੇ ਦੀ, ਅਤੇ ਨਹੀਂ ਤਾਂ ਫਿਰ ਕੋਲਿਆਂ ਦੇ ਕੋਠੇ ਵਿੱਚ ਟੱਪਦਿਆਂ ਕੁੜਤੇ ਗੰਦੇ ਹੋ ਹੀ ਜਾਣੇ ਆ, ਦਾਗ ਲੱਗ ਹੀ ਜਾਣਾ। ਕਹੋ ਸਤਨਾਮ ਸ੍ਰੀ। ਕੋਲਿਆਂ ਦਾ ਕੋਠਾ ਸੰਸਾਰ। ਅਤੇ ਜਿਹੜੇ ਪ੍ਰਭੂ ਦੇ ਪਿਆਰੇ ਹਨ, ਰੱਬ ਨੂੰ ਪਿਆਰ ਕਰਨ ਵਾਲੇ, ਮਾਲਕ ਦਾ ਪਿਆਰ ਲੈਣ ਵਾਲੇ, ਉਹ ਆਪਣੇ ਚਾਲ ਚੱਲਣ 'ਤੇ, ਕਰੈਕਟਰ 'ਤੇ ਨਿਗਾਹ ਰੱਖਦੇ ਆ, ਸਾਥੋਂ ਕੋਈ ਗਲਤ ਕੰਮ ਨਾ ਹੋ ਜੇ। ਆਚਾਰਵੰਤ ਸਾਈ ਪ੍ਰਧਾਨੇ, ਅਤੇ ਇਹੋ ਜਿਹੇ ਲੋਕ ਆਪਣੇ ਗੁਰੂਆਂ 'ਤੇ ਵੀ ਫਿਰ ਸੰਸਾਰ ਦੇ ਕੋਲੋਂ ਗੱਲਾਂ ਕਰਾਉਂਦੇ ਆ। ਜਦੋਂ ਕੋਈ ਮਨੁੱਖ ਗਲਤ ਕਰਮ ਕਰਦਾ ਹੈ ਅਤੇ ਉਸ ਦਾ ਫਿਰ ਉਂਗਲ ਜਿਹੜੀ ਹੈ ਉਸ ਦੇ ਧਾਰਮਿਕ ਗੁਰੂ ਵੱਲ ਵੀ ਜਾਂਦੀ ਆ। ਕਹੋ ਸਤਨਾਮ ਸ੍ਰੀ। ਉਸਤਾਦ ਵੱਲ ਵੀ ਜਾਂਦੀ ਹੈ। ਕੋਈ ਬੱਚੀ ਪੇਕੇ ਤੋਂ ਸਹੁਰੇ ਜਾ ਕੇ ਚੱਜ ਦੇ ਕੰਮ ਨਾ ਕਰੇ, ਦਾਲ ਰੋਟੀ ਨਾ ਬਣਾਉਣੀ ਆਵੇ, ਅਤੇ ਆਂਢ ਗੁਆਂਢ ਦੀਆਂ ਬੁੜੀਆਂ ਉਹਦੀ ਮਾਂ ਨੂੰ ਲਾਂਭੇ ਦਿੰਦੀਆਂ। ਕਹੋ ਸਤਨਾਮ ਸ੍ਰੀ। ਇਹਦੀ ਮਾਂ ਨੂੰ ਅਕਲ ਨਹੀਂ ਸੀ, ਇਹਨੂੰ ਸਿਖਾਇਆ ਕੁਛ ਨਹੀਂ। ਅਤੇ ਕਬੀਰ ਸਾਹਿਬ ਜੀ ਵੀ ਕਹਿੰਦੇ ਮਾਏ ਮੋਢੋ ਤੇ ਗੁਰੂ ਕੀ। ਅਤੇ ਜਿਹੜੇ ਸੰਸਾਰ ਵਿੱਚ ਧਾਰਮਿਕ ਗੁਰੂ ਤਾਂ ਬਣੇ ਹੋਏ ਹੈ, ਪਰ ਆਪਣੇ ਚੇਲਿਆਂ ਦਾ ਸਹੀ ਮਾਰਗ ਦਰਸ਼ਨ ਨਹੀਂ ਕਰਦੇ। ਇਹੋ ਜਿਹੇ ਗੁਰੂ ਦੀ ਮਾਂ ਨੂੰ ਆ ਸਿਰ ਮੁੰਨ ਦਿਓ। ਭਾਵ ਉਹ ਕਿਹਦਾ ਗੁਰੂ ਹੈ, ਉਹ ਕਿਹਦਾ ਚੇਲਾ ਹੈ। ਇੱਥੇ ਮਾਂ ਤੋਂ ਭਾਵ ਉਹ ਬੇਬੇ ਨਹੀਂ ਜਿਹਨੇ ਜਨਮ ਦਿੱਤਾ ਹੈ। ਇੱਥੇ ਮਾਂ ਤੋਂ ਭਾਵ ਇਹਨੇ ਸਿੱਖਿਆ ਕੀ ਤੋਂ ਲਈ ਹੈ, ਜਿਹੜਾ ਖੁਦ ਚੱਕਰਾਂ 'ਚ ਪਿਆ ਹੋਇਆ। ਮਾਏ ਮੁੰਡੋ ਤੇ ਗੁਰੂ ਕੀ, ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੌਹ ਵੇਦ ਮੈਂ ਚੇਲੇ ਦੀਏ ਬਹਾਏ। ਮਾਂ ਨੂੰ ਲਾਂਭਾ ਦਿੱਤਾ ਜਾਂਦਾ ਹੈ, ਗਾਂ ਦੀ ਗਾਂ ਗੁਰੂ ਨੂੰ ਲਾਂਭਾ ਦਿੱਤਾ ਜਾਂਦਾ ਹੈ। ਆਹ ਸਿੱਖ ਬਣਾਏ ਸੀ ਗੁਰੂ ਸਾਹਿਬ ਨੇ, ਜਿਹੜੇ ਅੱਜ ਅਸੀਂ ਦੇਖ ਰਹੇ ਹਾਂ ਕਿ ਇਹੋ ਜਿਹਾ ਗੋਰਖਨਾਥ ਨੇ ਜੋਗੀ ਬਣਾਏ ਸੀਗੇ। ਇੱਕ ਜੋਗੀ ਆਇਆ ਬਾਬੇ ਨਾਨਕ ਦੇ ਕੋਲ, ਕਹਿੰਦਾ ਬਾਲਕੇ ਇਹ ਦੱਸ ਮਰਦਾ ਕੌਣ ਆ। ਬਾਬਾ ਜੀ ਕਹਿੰਦੇ ਤੈਨੂੰ ਹਾਈ ਗਿਆਨ ਨਹੀਂ ਦਿੱਤਾ ਤੇਰੇ ਗੁਰੂ ਨੇ ਹਜੇ ਤੱਕ। ਕਹਿੰਦੇ ਨਹੀਂ ਨਹੀਂ, ਮੇਰੀ ਗੱਲ ਦਾ ਜਵਾਬ ਦਿਓ।
ਸਰੀਰ 'ਚੋਂ ਮਰਦਾ ਕੌਣ ਹੈ? ਬਾਬਾ ਜੀ ਦਾ ਫਿਰ ਸਿੱਧ ਗੋਸ਼ਟ ਵਿੱਚ ਇਹ ਬਚਨ ਆ, ਉੱਥੇ ਵੀ ਉਹਦੀ ਮਾਂ ਗੁਰੂ ਗੋਰਖ ਨੂੰ ਲਾਂਭਾ ਹੀ ਦਿੱਤਾ ਹੋਇਆ। ਕਹੋ ਸਤਨਾਮ, ਤੇਰੀ ਮਾਂ ਕੁਚੱਜੀ ਆਹੇ। ਜੇ ਧੀ ਸਹੁਰੇ ਜਾ ਕੇ ਕੰਮ ਨਾ ਵਧੀਆ ਕਰਨ ਸਿੱਖੀ, ਜੇ ਪੇਕਿਆਂ 'ਚੋਂ ਨਾ ਸਿੱਖੀ, ਤੇ ਫਿਰ ਸਹੁਰਿਆਂ ਵਿੱਚੋਂ ਲਾਂਭੇ ਮਾਂ ਨੂੰ ਵੀ ਮਿਲਦੇ ਆ। ਕਹੋ ਸਤਨਾਮ ਸ੍ਰੀ। ਤੇ ਜੇ ਜਾਂ ਸਿੱਖ ਬਣ ਗਿਆ, ਜੇ ਉਹ ਸਹੀ ਸਿੱਖਿਆ ਤੇ ਨਹੀਂ ਚੱਲਦਾ, ਤੇ ਉਹ ਲਾਂਭਾ ਗੁਰੂ ਸਾਹਿਬ ਨੂੰ ਵੀ ਦਵਾ ਦਿੰਦਾ। ਥਰਡ ਪਰਸਨਾਂ ਨੂੰ ਕੀ ਪਤਾ ਹੈ ਵੀ ਸਾਡਾ ਗੁਰੂ ਕੀ ਸਿਖਾ ਕੇ ਗਿਆ? ਉਹ ਤਾਂ ਕਹਿਣਗੇ ਇਹਨਾਂ ਦਾ ਗੁਰੂ ਇਹੋ ਜਿਹਾ। ਕਹੋ ਸਤਨਾਮ ਸ੍ਰੀ। ਕਈ ਲੋਕ ਕਹਿ ਦਿੰਦੇ ਆ ਨਾ, ਅਸੀਂ ਨਿਹੰਗ ਸਿੰਘਾਂ ਵਾਲਾ ਛਕਿਆ, ਅਸੀਂ ਸ਼ਰਾਬ ਪੀ ਸਕਦੇ ਹਾਂ, ਪਰ ਮੇਰੇ ਪ੍ਰੀਤਮ ਨੇ ਕਿਤੇ ਨਹੀਂ ਕਿਹਾ ਵੀ ਸ਼ਰਾਬ ਪੀ ਸਕਦਾ ਤੂੰ। ਕਹੋ ਸਤਨਾਮ। ਐਸਾ ਮਦ ਮੋਲ ਨਾ ਪੀਚੇ, ਜਿਤ ਭਰਲ ਪਵੈ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮ ਧੱਕੇ ਖਾਏ। ਉਹਨਾਂ ਨੂੰ ਗੁਰੂ ਕਿਵੇਂ ਬਖਸ਼ਣਗੇ ਜਿਹੜੇ ਗੁਰਮਤਿ ਦੇ ਉੱਤੇ ਗੁਰੂ ਪਿਆਰੇ ਦਾਗ ਲਵਾਉਂਦੇ ਆ? ਨਾ ਬਣੋ, ਜੇ ਬਣਿਓ ਤਾਂ ਫਿਰ ਗੁਰਮਤਿ ਅਨੁਸਾਰ ਚੱਲੋ। ਕਹੋ ਸਤਨਾਮ ਸੀ। ਖੈਰ ਗੁਰੂ ਪਿਆਰਿਓ, ਪ੍ਰੀਤਮ ਜੀ ਕਹਿੰਦੇ ਉਹ ਹੀ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੋਣਗੇ, ਆਚਾਰਵੰਤ, ਜਿਹੜੇ ਚਾਲ ਚੱਲਣ ਵੀ ਸਹੀ ਰੱਖਣਗੇ, ਕਰੈਕਟਰ ਵੀ ਸਹੀ ਰੱਖਣਗੇ। ਆਚਾਰਵੰਤ ਸਾਈ ਪ੍ਰਧਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ। ਤੇ ਸ਼ਿੰਗਾਰ ਕੇਵਲ ਬਾਹਰੀ ਨਹੀਂ, ਗਿਆਨ ਵੀ ਸਾਡੀ ਆਤਮਾ ਦਾ ਸ਼ਿੰਗਾਰ ਹੈ। ਜੇ ਗਿਆਨ ਨੂੰ ਸਮੇਂ ਸਿਰ ਨਾ ਵਰਤਿਆ ਫਿਰ ਕੋਈ ਫਾਇਦਾ ਨਹੀਂ। ਕਹੋ ਸਤਨਾਮ ਸ੍ਰੀ। ਸਾ ਕੁਲਵੰਤੀ ਸਾ ਸਭਰਾਈ, ਉਹਦੀ ਕੁੱਲ ਉੱਚੀ ਹੋਵੇਗੀ। ਆ ਚੱਲੀ ਆ ਸਾਡੀ ਕੁੱਲ। ਗੱਲ ਕਰ ਰਹੇ ਸੀ ਜੋਗੀ ਦੀ। ਜੋਗੀ ਕਹਿੰਦਾ ਬਾਲਕੇ ਦੱਸ ਮਰਦਾ ਕੌਣ ਹੈ? ਬਾਬਾ ਜੀ ਕਹਿੰਦੇ ਤੇਰੀ ਮਾਂ ਕੁਚੱਜੀ ਆਹੇ, ਬਾਸਨ ਧੋਏ ਨਾ ਦੱਧ ਜਮਾਹੀ। ਗੋਰਖਨਾਥ ਨੇ ਪਹਿਲਾਂ ਤੈਨੂੰ ਗਿਆਨ ਦੇ ਕੇ ਤੇਰਾ ਭਾਂਡਾ ਬੁੱਧੀ ਦਾ ਸਾਫ਼ ਨਹੀਂ ਕੀਤਾ, ਵਿੱਚ ਐਵੇਂ ਹੀ ਉਹਨੇ ਆਪਣੀ ਜੋਗ ਦੀ ਮੱਤ ਪਾ ਦਿੱਤੀ ਆ। ਇਹ ਚੰਗਾ ਨਹੀਂ ਕੀਤਾ ਉਸਨੇ। ਕਹਿੰਦਾ ਨਹੀਂ ਦੱਸੋ ਕੌਣ ਮਰਦਾ? ਬਾਬਾ ਕਹਿੰਦੇ ਕੋਈ ਨਹੀਂ ਮਰਦਾ। ਹੈਰਾਨ ਹੋ ਗਏ ਆ ਸਾਰੀ ਦੁਨੀਆ। ਅੱਜ ਤੱਕ ਕਹਿੰਦੇ ਫਲਾਨਾ ਮਰ ਗਿਆ, ਧਿਉਂਕਾ ਮਰ ਗਿਆ। ਆਹ ਨਵੀਂ ਗੱਲ ਸੁਣ ਲਈ, ਕੋਈ ਨਹੀਂ ਮਰਦਾ। ਜੋਗੀ ਕਹਿੰਦਾ ਉਹ ਕਿਵੇਂ? ਦੱਸੋ ਕੌਣ ਮਰਦਾ ਹੈ? ਬਾਬਾ ਕਹਿੰਦੇ ਕੋਈ ਨਹੀਂ ਮਰਦਾ। ਕਿਉਂ? ਪੰਜ ਤੱਤ ਆ ਨਾ, ਅੱਗ ਮਿੱਟੀ ਪਾਣੀ ਹਵਾ ਆਕਾਸ਼। ਕਹਿੰਦੇ ਹਾਂ ਜੀ। ਆਹ ਪਏ ਆ ਸਾਰੇ, ਉਹ ਅੱਗ ਵੀ ਪਈ ਆ, ਮਿੱਟੀ ਪਈ ਆ, ਆਕਾਸ਼ ਹੈ, ਪਾਣੀ ਹੈ, ਹਵਾ ਹੈ, ਹੈਗੇ ਨਾ? ਇਹ ਮਰ ਗਏ? ਕਹਿੰਦਾ ਜੀ ਨਹੀਂ, ਇਹਦੇ ਵਿੱਚ ਜਿਹੜੀ ਚੇਤਨਾ ਹੁੰਦੀ ਆ ਆਤਮਾ, ਆਤਮਾ ਮਰਦੀ ਆ ਕਦੇ? ਦੱਸੋ। ਕਹਿੰਦੇ ਜੀ ਨਹੀਂ ਮਰਦੀ, ਉਹ ਨਿਕਲ ਜਾਂਦੀ ਆ ਬਸ। ਫਿਰ 6 ਤੱਤ ਇਕੱਠੇ ਕੀਤੇ ਪਰਮੇਸ਼ਰ ਨੇ, ਆਤਮਾ ਤੇ 5 ਤੱਤ। ਆਤਮਾ ਨਿਕਲ ਜਾਂਦੀ ਹੈ, ਤੱਤ ਖਿੰਡ ਜਾਂਦੇ ਆ, ਮਰਦੇ ਥੋੜਾ ਹੀ ਆ। ਕਹੋ ਸਤਨਾਮ। ਢਿੱਲਾ ਜਿਹਾ ਪੈ ਕੇ ਤੁਰ ਗਿਆ। ਇਸ ਕਰਕੇ ਜੇ ਕੋਈ ਆਪਣੇ ਧਰਮ ਦੇ ਵਿੱਚ ਹੈ ਤੇ ਆਪਣੇ ਧਰਮ ਦੇ ਮੁਖੀਆਂ ਨੂੰ ਉਲਾਂਭਾ ਨਾ ਦਵਾਵੇ। ਪਾਤਸ਼ਾਹੀ ਦਾ ਬਚਨ ਹੈ ਨਾ, ਜਨਨੀ ਜਣੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ। ਨਹੀਂ ਤਾਂ ਮਾਂ ਉਹ ਜਵਾਕ ਹੀ ਨਾ ਜੰਮੇ ਜਿਹਨੂੰ ਗਿਆਨ ਦੇ ਕੇ ਸਿੱਧੇ ਰਸਤੇ ਨਹੀਂ ਪਾਉਣਾ। ਕਹੋ ਸਤਨਾਮ ਸ੍ਰੀ। ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ। ਕਿਉਂ ਆਪਣਾ ਜੀਵਨ ਖਰਾਬ ਕਰਨਾ, ਸਰੀਰ ਖਰਾਬ ਕਰਨਾ? ਰਹਿਣ ਦਿਓ ਬੱਚੇ ਜੰਮਣ ਨੂੰ। ਜੇ ਜੰਮੇ ਹੈ ਤੇ ਉਹਨਾਂ ਨੂੰ ਗੁਰੂ ਨਾਲ ਜੋੜੋ, ਉਹਨਾਂ ਨੂੰ ਭਗਤੀ ਨਾਲ ਜੋੜੋ, ਉਹਨਾਂ ਨੂੰ ਚੰਗੇ ਕੰਮਾਂ ਦੇ ਵਾਸਤੇ ਸੂਰਮੇ ਬਣਾਓ, ਤਾਂ ਕਿ ਕੱਲ੍ਹ ਨੂੰ ਉਹ ਦੁਨੀਆ ਵਿੱਚ ਤੁਹਾਡੇ ਨਾਮ ਦਾ ਵੀ ਵਡਿਆਈ ਕਰਵਾ ਦੇਣ। ਮਾਂ ਪਿਓ ਨੂੰ ਇਨਾਮ ਵੀ ਮਿਲਦੇ ਹੈ, ਸ਼ਾਬਾਸ਼ੇ ਵੀ ਮਾਂ ਪਿਓ ਨੂੰ ਮਿਲਦੀ ਹੈ ਜਦੋਂ ਕੋਈ ਬੱਚਾ ਕਿਸੇ ਜਗ੍ਹਾ 'ਤੇ ਜਾ ਕੇ ਜਿੱਤ ਪ੍ਰਾਪਤ ਕਰਦਾ ਚੰਗੀ। ਕਹੋ ਸਤਨਾਮ ਸੀ। ਇੱਦਾਂ ਵੀ ਹੁੰਦਾ। ਖੈਰ ਸਮਾਪਤੀ ਵੱਲ ਹੋਈਏ। ਮੇਰੇ ਪ੍ਰੀਤਮ ਜੀ ਕਹਿੰਦੇ ਸਾ ਕੁਲਵੰਤੀ, ਉਸ ਦੀ ਕੁੱਲ ਉੱਚੀ ਹੈ। ਅੱਜ ਉਹਨਾਂ ਦੇ ਅਸਥਾਨਾਂ 'ਤੇ ਆਪਾਂ ਜਾ ਕੇ ਨਮਸਕਾਰਾਂ ਕਰਦੇ ਹਾਂ ਜਿਨ੍ਹਾਂ ਨੇ ਨਾਮ ਨਾਲ ਜੁੜਨਾ ਕੀਤਾ। ਚਾਹੇ ਉਹ ਭਗਤ ਕਬੀਰ ਹੈ, ਬਾਬਾ ਫਰੀਦ ਹੈ, ਚਾਹੇ ਬਾਬੇ ਬੁੱਢੇ ਦਾ ਸਥਾਨ ਹੈ, ਚਾਹੇ ਭਾਈ ਬਿਧੀ ਚੰਦ ਹੈ। ਅੱਜ ਤੱਕ ਉਹਨਾਂ ਦੀ ਵੀ ਮਰਜ਼ਾਦਾ ਕੁਲਵੰਤੀ, ਉਹਨਾਂ ਦੀ ਕੁੱਲਾਂ ਚੱਲ ਪਈਆਂ। ਭਾਵ ਉਹਨਾਂ ਦੇ ਅੰਦਰ ਨਾਮ ਦੀਆਂ ਕੁੱਲਾਂ ਚੱਲੀਆਂ ਅਤੇ ਉੱਥੋਂ ਨਾਮ ਲੈ ਲੈ ਕੇ ਅੱਗੇ ਤੋਂ ਅੱਗੇ ਉਹਨਾਂ ਦੇ ਪੁੱਤਰ ਸਿੱਖ ਬਣਦੇ ਜਾ ਰਹੇ ਆ। ਜੋ ਪਿਰਕੈ ਰੰਗ ਸਵਾਰੀ ਜੀਓ, ਇਹ ਕੌਣ ਹੈ? ਜਿਹੜੀ ਮਾਲਕ ਦੇ ਰੰਗ ਵਿੱਚ ਰੰਗੀ ਹੋਈ ਰੂਹ ਹੈ। ਮਹਿਮਾ ਤਿਸ ਕੀ ਕਹਿਣ ਨ ਜਾਏ, ਮੰਨੈ ਕੀ ਗਤ ਕਹੀ ਨਾ ਜਾਏ। ਜਿਹੜੀਆਂ ਨਾਮ ਨਾਲ ਰੰਗੀਆਂ ਹੋਈਆਂ ਰੂਹਾਂ ਹੈ, ਉਹਨਾਂ ਦੀ ਅਸੀਂ ਮਹਿਮਾ ਨਹੀਂ ਕਹਿ ਸਕਦੇ। ਕਿਹੜੀਆਂ? ਜਿਨ੍ਹਾਂ ਨੂੰ ਮਾਲਕ ਨੇ ਆਪਦੇ ਗਲੇ ਲਾ ਲਿਆ। ਜਿਸ ਤਰ੍ਹਾਂ ਗੁਰੂ ਸਾਹਿਬਾਂ ਨੇ ਕਈ ਥਾਵਾਂ 'ਤੇ
ਇੱਥੇ ਭਾਈ ਰੂਪੇ ਵਾਲੇ ਭਾਈ ਰੂਪ ਚੰਦ ਨੂੰ ਕੀ ਕਿਹਾ, ਬਚਨ ਦਿੱਤਾ ਛੇਵੇਂ ਪਾਤਸ਼ਾਹ ਨੇ, ਤੇਰਾ ਘਰ ਮੇਰਾ ਘਰ, ਮੇਰਾ ਘਰ ਤੇਰਾ ਘਰ। ਕਿੱਡਾ ਵੱਡਾ ਸੰਬੰਧ ਬਣ ਗਿਆ। ਭਾਈ ਰੂਪ ਚੰਦ ਨੂੰ ਇਹ ਬਖਸ਼ਿਸ਼ ਕਰਤੀ ਕਿ ਤੂੰ ਮੇਰਾ ਤੇ ਮੈਂ ਤੇਰਾ। ਕਹੋ ਸਤਨਾਮ ਸ੍ਰੀ। ਮਹਿਮਾ ਤਿਸ ਕੀ ਕਹਿ ਨਾ ਜਾਏ, ਜੋ ਫਿਰ ਮੇਲ ਲਈ ਅੰਗ ਲਾਏ। ਜਿਹਨੂੰ ਮਾਲਕ ਨੇ ਆਪਦੀ ਬਣਾ ਲਿਆ, ਫਿਰ ਸੁਹਾਗ ਵਰ ਅਗਾਮੀ ਅਗੋਚਰ। ਉਹ ਕਦੇ ਵੀ ਦੁਨੀਆ 'ਚੋਂ ਮਰਦੀ ਨਹੀਂ, ਸਦਾ ਹੀ ਅਮਰ ਹੋ ਜਾਂਦੀ ਆ। ਦੁਨੀਆ ਯਾਦ ਕਰਦੀ ਆ, ਜਿਵੇਂ ਭਗਤਾਂ ਨੂੰ, ਗੁਰਸਿੱਖਾਂ ਨੂੰ, ਸਿੰਘਾਂ ਨੂੰ, ਜੰਗਾਂ ਦੇ ਮੈਦਾਨਾਂ ਵਿੱਚ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਕਿਉਂਕਿ ਉਹਨਾਂ ਨੂੰ ਜਿਹੜਾ ਪਤੀ ਮਿਲਿਆ ਉਹ ਕਦੇ ਨਾ ਮਰਨ ਵਾਲਾ ਪਰਮੇਸ਼ਰ ਮਿਲਿਆ, ਗੁਰੂ ਗੋਬਿੰਦ ਸਿੰਘ ਮਿਲਿਆ। ਕਹੋ ਸਤਨਾਮ। ਗੁਰੂ ਨਾਨਕ ਮਿਲਿਆ। ਫਿਰ ਸੁਹਾਗ ਵਰ ਅਗਾਮੀ ਅਗੋਚਰ, ਜਾਂ ਨਾਨਕ ਪ੍ਰੇਮ ਸਦਹਾਰੀ ਜੀਓ। ਜਿਨ੍ਹਾਂ ਨੇ ਗੁਰੂ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਸੁਧਾਰ ਲਿਆ, ਸਿੱਧੇ ਰਸਤੇ ਪਾ ਲਿਆ, ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਹੁਣ ਅਸੀਂ ਇਹੋ ਜਿਹੀ ਸੁਹਾਗਣ ਕਿਵੇਂ ਬਣੀਏ? ਇਹੋ ਜਿਹੀ ਸੁਹਾਗਣ ਅਸੀਂ ਕਿਵੇਂ ਬਣੀਏ? ਤਾਂ ਪੁਰਾਣੀਆਂ ਸੁਹਾਗਣਾਂ ਦੀ ਗੱਲ ਸੁਣਾਤੀ ਆਪਾਂ ਨੂੰ। ਮਾਝ ਮਹੱਲਾ ਪੰਜਵਾ, ਖੋਜਤ ਖੋਜਤ ਦਰਸ਼ਨ ਚਾਹੇ। ਮੈਂ ਵੀ ਇਹੋ ਜਿਹਾ ਪਤੀ ਚਾਹੁੰਦੀ ਹਾਂ। ਭਾਂਤ ਭਾਂਤ ਬਣ ਬਣ ਅਵਗਾਹੇ, ਜੰਗਲਾਂ ਵਿੱਚ ਥਾਂ ਥਾਂ ਤੇ ਲੱਭਦੀ ਫਿਰਦੀ ਹਾਂ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ। ਜੀਓ ਕੋਈ ਹੈ, ਮੈਨੂੰ ਵੀ ਇਹੋ ਜਿਹਾ ਪਤੀ ਮਿਲਾ ਦਿਓ। ਕਿਉਂਕਿ ਮਹਿਮਾ ਸੁਣ ਲਈ ਨਾ, ਤੇ ਮਹਿਮਾ ਸੁਣ ਕੇ ਚਾਅ ਪੈਦਾ ਹੋਇਆ ਮੈਂ ਵੀ ਲੱਭਾਂ। ਤੇ ਕਿਵੇਂ ਲੱਭਦਾ? ਇਹ ਗੁਰੂ ਅਰਜਨ ਦੇਵ ਜੀ ਕੋਲੋਂ ਆਪਾਂ ਕੱਲ੍ਹ ਨੂੰ ਬੇਨਤੀ ਕਰਕੇ ਪੁੱਛਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।